कनेडा भी अप्रोच की गई ਸਿੰਘਾਂ तक अपने तौर पर भी बेटी की मदद करो, बेटी कल्ली है, साडा कोई रिश्तेदार उत्थे नहीं हैगा, पर किसी ने नहीं की। पर जिहड़ा ठग हुंदा ना, जिहड़ा चुस्तियां करके गल्लां चार बना के लै जांदा, ओहदी लोकी मदद फटाफट कर दिंदे, पता नहीं ये बंदा सच्चा है। जे मैं पुछदा सी भी तुसीं आए मैनूं दिखाओ आइडेंटी कार्ड मेरी इनकुआयरी ते आए, जां किसी दी गल तुसीं पुछण आए हो, ते ओह कहंदे काका तूं बोलदा किदा, तैनूं पता ही आ की होया वड्डे दा। कुछ सतारिਆਂ ਦੇ ਤੇ ਕੁਝ ਪੈਸਿਆਂ ਦੇ ਲਾਲਚ ਦੇ ਵਿੱਚ ਜਿਨ੍ਹਾਂ ਨੇ ਨਜਾਇਜ਼ ਜਿਹੜੇ ਨਿਰਦੋਸ਼ ਨੌਜਵਾਨ ਜਿਹੜੇ ਮਾਰੇ ਨੇ ਅੱਜ ਜੇਲ੍ਹਾਂ 'ਚ ਬੈਠੇ ਨੇ। मैं 25 साल ਵੀਰੇ ਨੂੰ ਹੋ ਗਏ ਸੀ, बेटी मेरी जवान हो गई, भेजना सी, उदों मैं ਸਿੰਘਾਂ तक अप्रोच की जिन्ना को मैं जानता सी, पर किसी ने नहीं की। एक दो बंदियां तक अप्रोच की, उन्होंने ना जलील किया गया मैनू, वो कहना तू की मंगदा फिरदा ਉਹਦੇ ਨਾਂ ਤੇ ਹੋਏ। मैं घर की पोजीशन वेख रहा, बेशक पिता जी नौकरी करते रहे ने, तुसीं ट्यूशन सेंटर चला रहे हो, ये एक एडवोकेट का घर सी, पर जो घर के हालात मैं वेख रहा हाँ ਉਹਦੇ अकॉर्डिंगली मैनू लगता कि शायद हैल्प की लोड़ है। नहीं सर, हैल्प लैनी नहीं, उन्हें नहीं सी फीस लई, तां ही तो घर की ये हालत आ। जे वो लुट के खांदा ज महल भी पा के बैठा हुंदा। प्रशाद वरताउण वाला दानी नहीं हुंदा ते लैण वाला मंगता नहीं हुंदा। नहीं सर, हैल्प लैनी नहीं। सतगुरु सच्चे पातशाह उन्हां संगतां दे मन च वसदे ने जिहड़े सानूं लखां रुपया तुहाडे वर्गे परिवारां नहीं भेजदे आ, ते फिर सानूं उस मौके तो उस सेवा तो वांझिया ना करो। नहीं सर, हैल्प लैनी नहीं। प्लीज़ मैं हत्थ जोड़ के बेनती करदा कि साडा ये हक ना खोवो साडे कोलों। नहीं सर, हैल्प लैनी नहीं। PTN 24 चैनल वेखण वाले सारे दर्शकों को मेरे वालों यानी बलविंदर सिंह पक्खो के वालों आप सब नूं सत श्री अकाल, नमस्कार, आदाब, वाहिगुरू जी का खालसा, वाहिगुरू जी की फतेह। अज असीं पहुंचे हाँ जी कपूरथला शहर दे विच शहीद भाई जगविंदर सिंह जी एडवोकेट, जिहड़े कि पेशे वजों एक वकील सन, जिन्हां नूं 25 सितंबर 1992 नूं उस समय दी पुलिस वालों घरों चुक के खड़िया उन्हां नूं, और संगरूर दी पुलिस ही जिहड़ी उन्हां नूं चुक के लैके गई है, जिन्हां दा अज तक कोई थौ पता नहीं लगा। ਤੇ ਉਹ ਸਾਰੀ ਕਾਰਵਾਈ ਚੱਲਦੀ ਸੀਗੀ, ਤੇ ਉਹਨਾਂ ਨੇ ਫਿਰ ਮਤਲਬ ਇਸ ਤੋਂ ਬਾਅਦ ਕੁਲਵੰਤ ਸੈਣੀ ਉਹਨਾਂ ਦਾ ਹੋਇਆ, ਤੇ ਉਸ ਤੋਂ ਬਾਅਦ ਇੱਕ ਸੁਖਵਿੰਦਰ ਸਿੰਘ ਭੱਟੀ ਉਹਨਾਂ ਦਾ ਵੀ, ਉਹ ਵੀ ਕੀਤੇ ਸੀਗੇ, ਸੰਗਰੂਰ ਦੇ ਵਕੀਲ ਸੀਗੇ ਉਹ, ਪਹਿਲਾਂ ਮੇਰਾ ਖਿਆਲ ਇਹਨਾਂ ਤੋਂ ਕੀਤਾ ਗਿਆ ਸੀਗਾ। ਤੇ ਮਤਲਬ ਇਹਨਾਂ 4 ਵਕੀਲ ਤਕਰੀਬਨ ਸੀਗੇ ਟੋਟਲ, ਤੇ ਪਹਿਲਾਂ ਸਭ ਤੋਂ ਵੱਧ ਮਤਲਬ ਜਗਵਿੰਦਰ ਸਿੰਘ ਤੋਂ ਬਾਅਦ ਦੇ ਵਿੱਚ ਮੇਨ ਕੇਸ ਜਿਹੜਾ ਪੰਜਾਬ ਦਾ ਇਹ ਮੇਨ ਕੇਸ ਸੀਗਾ ਉਸ ਟਾਈਮ 'ਤੇ, ਜਿਹਦੇ ਪਿੱਛੇ ਇੰਨੀ ਅਪਰੋਚ ਸੀ, ਬਾਹਰੋਂ ਫੋਰਨ ਤੋਂ ਬੜੀ ਅਪਰੋਚ ਆਈ, ਕਈ ਦੇਸ਼ਾਂ ਦੀਆਂ ਚਿੱਠੀਆਂ ਵੀ ਇਹਨਾਂ ਨੂੰ ਪਹੁੰਚੀਆਂ ਪਈਆਂ, ਮਤਲਬ ਜੋ ਮੈਨੂੰ ਜਾਣਕਾਰੀ ਸੀਗੀ ਉਸ ਟਾਈਮ 'ਤੇ, ਪਤਾ ਨਹੀਂ ਹੁਣ। ਅਤੇ ਉਹ ਮਤਲਬ ਮੇਰੇ ਕੋਲ ਆਈ ਵੀ ਦਿੱਲੀ ਤੋਂ ਇਨਕੁਆਇਰੀ ਆਉਂਦੀ ਰਹੀ ਆ, ਅਤੇ ਹੋਰ ਵੀ ਮਤਲਬ ਠੀਕ ਨਾ ਜਿਹੜੇ ਆ ਕੇ ਕਹਿੰਦੇ ਸੀ, ਜਾਂ ਮੈਨੂੰ ਤਾਂ ਕਿਸੇ ਨੇ ਆਇਡੈਂਟੀ ਕਾਰਡ ਤਾਂ ਨਹੀਂ ਦਿਖਾਇਆ, ਜੇ ਮੈਂ ਪੁੱਛਦਾ ਸੀ ਵੀ ਤੁਸੀਂ ਆਏ ਮੈਨੂੰ ਦਿਖਾਓ ਆਇਡੈਂਟੀ ਕਾਰਡ ਮੇਰੀ ਇਨਕੁਆਇਰੀ 'ਤੇ ਆਏ, ਜਾਂ ਕਿਸੇ ਦੀ ਗੱਲ ਤੁਸੀਂ ਪੁੱਛਣ ਆਏ ਹੋ, ਅਤੇ ਉਹ ਕਹਿੰਦੇ ਕਾਕਾ ਤੂੰ ਬੋਲਦਾ ਕਿਦਾ, ਤੈਨੂੰ ਪਤਾ ਹੀ ਆ ਕੀ ਹੋਇਆ ਵੱਡੇ ਦਾ। ਤੇ ਇਹ ਗੱਲ ਕਹਿ ਕੇ ਫਿਰ ਚਲੋ ਗੱਲ ਕਰਨੀ ਪੈਂਦੀ ਸੀ, ਕਰ ਦਿੰਦੇ ਸੀ। ਤੇ ਕੁਝ CBI ਦੀ ਅਪਰੋਚ ਵੀ ਸੀਗੀ ਉਸ ਟਾਈਮ, CBI ਕੇਸ ਦਿੱਲੀ ਦੇ CBI ਦੇ ਕੋਲ ਸੀਗਾ, ਤੇ ਜਸਟਿਸ ਕੁਲਦੀਪ ਸਿੰਘ ਉਹਨਾਂ ਨੇ ਭੇਜਿਆ ਸੀਗਾ, ਉਹਦੇ ਕਰਕੇ ਅਪਰੋਚ ਕਰਕੇ ਤੇ ਥੋੜ੍ਹਾ ਜਿਹਾ ਬਚਾਅ ਰਹਿ ਗਿਆ। ਤੇ ਦੂਜਾ ਇਹ ਵੀ ਅਸੀਂ ਹਥਿਆਰਾਂ ਦੀ ਲੜਾਈ ਤਾਂ ਲੜੀ ਨਹੀਂ ਸੀ, ਤੇ ਮਤਲਬ ਬ੍ਰਦਰ ਨੇ ਕੋਈ ਹਥਿਆਰਾਂ ਦੀ ਗੱਲ ਨਹੀਂ ਕੀਤੀ, ਕੋਈ ਕੁਛ ਨਹੀਂ, ਠੀਕ ਹੈ। ਤੇ ਨਾ ਕਦੀ ਹਥਿਆਰਾਂ ਵਾਲਾ ਬੰਦਾ ਸਾਡੇ ਘਰੇ ਆਇਆ। ਹਾਂ, ਖਾੜਕੂ ਸਿੰਘ ਆਉਂਦੇ, ਬਾਅਦ 'ਚ ਮੁੰਡੇ ਸ਼ਹੀਦ ਹੋਏ, ਅੱਜ ਤੱਕ ਖਾੜਕੂ ਨੇ ਸਿੰਘ ਸ਼ਹੀਦ, ਉਸ ਮੌਕੇ 'ਤੇ ਉਹ ਕੀ ਕਰਦੇ ਸੀ ਸਾਡੇ ਘਰ ਤੋਂ ਇਲਾਵਾ ਬਾਹਰ ਕੀ ਕਰਦੇ ਰਹੇ ਮੈਨੂੰ ਨਹੀਂ ਪਤਾ, ਪਰ ਹਾਂ ਆਉਂਦੇ ਰਹੇ ਆ ਘਰੇ, ਮਾਤਾ ਮੇਰੇ ਰੋਟੀਆਂ ਖਵਾਉਂਦੇ ਰਹੇ ਆ, ਠੀਕ ਹੈ ਨਾ, ਲੰਗਰ ਚੱਲਦੇ ਰਹੇ ਆ, ਕੋਈ ਚੱਕਰ ਨਹੀਂ, ਜਿਹੜਾ ਵੀ ਸਿੰਘ ਆਇਆ ਕੋਈ ਵੀ ਆਇਆ, ਅਤੇ ਕਿਉਂਕਿ ਭਰਾ ਕਰਕੇ ਆਉਂਦੇ ਸੀ, ਠੀਕ ਹੈ ਨਾ, ਭਰਾ ਦੇ ਦੋਸਤ ਜਿਹੜੇ ਵੀ ਸੀਗੇ ਮੰਮੀ ਪੁੱਤਰ ਕਹਿ ਕੇ ਬੁਲਾਉਂਦੇ ਸੀ, ਅਤੇ ਜੇਲ੍ਹ 'ਚ ਵੀ ਜਾਂਦੇ ਸੀ ਅਤੇ ਮੁਲਾਕਾਤਾਂ ਕਰਦੇ, ਜੇਲ੍ਹ 'ਚ ਰਾਸ਼ਨ ਪਾਣੀ ਵੀ ਉਹਨਾਂ ਕਹਿ ਦੇਣਾ ਮਾਤਾ ਤੁਸੀਂ ਆਏ ਮੇਰੇ ਲਈ ਚਾਰ ਲੈ ਆਇਓ, ਆਹ ਲੈ ਆਇਓ, ਉਹ ਜਾਂਦੇ ਰਹੇ, ਸਾਰੀ ਕਰਦੇ ਰਹੇ ਸੇਵਾ ਜਿੰਨੀ ਸੀਗੇ। ਅੱਛਾ, ਤੁਸੀਂ ਇੱਕ ਬੜੇ ਅੱਛੇ ਹਾਕੀ ਦੇ ਪਲੇਅਰ ਰਹੇ ਹੋ, ਪੁਲਿਸ ਵੱਲੋਂ ਵੀ ਖੇਡੇ, ਤੁਸੀਂ ਵੱਖ-ਵੱਖ ਡਿਪਾਰਟਮੈਂਟਸ ਵੱਲੋਂ ਖੇਲੇ, ਕਿਸ ਲੈਵਲ ਤੱਕ ਤੁਸੀਂ ਖੇਡੇ ਹੋ ਹਾਕੀ, ਜਿਹੜਾ ਪਹਿਲਾਂ ਇਹ ਵੀ ਜਾਣਕਾਰੀ ਕਲੀਅਰ ਕਰ ਲਈਏ। ਮੈਂ ਸਰ 15 ਕੁ ਸਾਲ ਦੀ ਉਮਰ ਦੇ ਵਿੱਚ ਨੈਸ਼ਨਲ ਖੇਡ ਗਿਆ ਸੀ, ਜੂਨੀਅਰ ਨੈਸ਼ਨਲ। ਅੱਛਾ ਜੀ। ਅਤੇ ਕਪੂਰਥਲੇ ਵੱਲੋਂ ਮੈਂ ਉਦੋਂ ਸੀਗਾ, ਅਤੇ ਉਸ ਤੋਂ ਬਾਅਦ ਫਿਰ ਕੈਂਪ ਵਗੈਰਾ ਲਾਉਂਦੇ ਰਹੇ, ਕਰਦੇ ਰਹੇ। ਫਿਰ ਪੁਲਿਸ ਆਪਣੇ ਬਿਜਲੀ ਬੋਰਡ ਵੱਲੋਂ ਮੈਂ ਖੇਡਿਆ, ਇਹ ਟੀਮ ਵੱਲੋਂ 89 ਦੇ ਵਿੱਚ, ਅਤੇ ਆਲ ਇੰਡੀਆ ਪੀਸ ਟੂਰਨਾਮੈਂਟ ਹੋਇਆ ਸੀਗਾ ਪੀਸ 89, ਅਤੇ ਉਹ ਇਹ ਟੀਮ ਵੱਲੋਂ ਉਹਨਾਂ ਵੱਲੋਂ ਖੇਡਿਆ ਸੀ ਮੈਂ। ਅਤੇ ਦੂਜਾ ਉਸ ਤੋਂ ਬਾਅਦ ਫਿਰ ਆਪਣੇ ਪੰਜਾਬ ਪੁਲਿਸ ਵੱਲੋਂ, ਕਪੂਰਥਲਾ ਪੁਲਿਸ ਵੱਲੋਂ ਇੰਟਰ ਰੇਂਜ ਤੱਕ ਟੂਰਨਾਮੈਂਟ ਖੇਡੇ,
ਤੇ ਉਹ ਇੰਟਰ ਰੇਂਜ ਤੱਕ ਐਸਪੀਓ ਵਗੈਰਾ ਭਰਤੀ ਕਰਕੇ ਜਾਂ ਮੌਕੇ 'ਤੇ ਜਿੱਦਾਂ ਵੀ ਦੇਖਣ ਲਈ ਪਲੇਅਰ ਨੂੰ ਭਰਤੀ ਕਰਨ ਲਈ ਲੈ ਜਾਂਦੇ ਸੀਗੇ ਤੇ ਅਸੀਂ ਜਾਂਦੇ ਰਹੇ ਹਾਂ। ਮੈਂ ਖੇਡਿਆ ਸਾਰੇ ਟੂਰਨਾਮੈਂਟ 3 ਸਾਲ ਤਕਰੀਬਨ ਮੈਂ ਖੇਡਿਆ ਵਾਂ ਤੇ ਉਸ ਤੋਂ ਬਾਅਦ ਮਤਲਬ ਉਦੋਂ ਉਮਰ ਨਹੀਂ ਸੀ ਆਉਂਦੀ ਭਰਤੀ ਹੋਣ ਦੀ, ਛੋਟੇ ਸੀਗੇ ਤੇ ਕਹਿੰਦੇ ਕੋਈ ਗੱਲ ਨਹੀਂ ਬੇਟਾ ਤੁਸੀਂ ਖੇਡੋ, ਤੁਸੀਂ ਤੁਹਾਨੂੰ ਅੱਗੇ ਭਰਤੀ ਕਰਾਂਗੇ। ਅੱਛਾ, ਕੁਝ ਪੁਲਿਸ ਅਫਸਰ ਜਿਹੜੇ ਤੁਹਾਡੇ ਨਾਲ ਖੇਡਦੇ ਰਹੇ ਕਿਉਂਕਿ ਤੁਸੀਂ ਪੁਲਿਸ ਵੱਲੋਂ ਖੇਡੇ, ਕਦੀ ਉਹਨਾਂ ਨੂੰ ਅਪਰੋਚ ਕੀਤੀ ਕਿ ਮੇਰਾ ਭਰਾ ਚੱਕ ਲਿਆ ਯਾਰ, ਪਤਾ ਕਰਕੇ ਦੱਸੋ ਤੁਸੀਂ? ਹਾਂਜੀ ਸਰ, ਕੀਤੀ ਸੀ ਅਪਰੋਚ, ਪਰ ਉਹ ਦੌਰ ਹੀ ਇਦਾਂ ਦਾ ਸੀਗਾ ਸਰ। ਉਦੋਂ ਨਾ PAP ਦਾ ਵੀ ਇੱਕ ਰਵਿੰਦਰ ਸਿੰਘ ਹੁੰਦੇ ਫੁੱਲ ਬੈਕ, ਜਿਹੜਾ ਮੈਨੂੰ ਬਾਅਦ 'ਚ 5-6 ਸਾਲ ਬਾਅਦ ਪਤਾ ਲੱਗਾ ਵੀ ਉਹਨਾਂ ਨੂੰ ਵੀ ਉਸ ਟਾਈਮ 'ਤੇ ਚੱਕ ਲਿਆ ਸੀਗਾ ਕਿਸੇ ਕਾਰਨ। ਪਤਾ ਨਹੀਂ ਮੈਨੂੰ ਕੀ ਕਾਰਨ ਉਹਨਾਂ ਦਾ ਹੋਇਆ, ਇੱਦਾਂ ਦੱਸਿਆ ਸੀ, ਪਰ ਕਹਿੰਦੇ ਵੀ ਇੱਦਾਂ ਉਹ ਤਾਂ ਭਰਾਵਾ ਉੱਥੇ ਵੀ ਇੱਦਾਂ ਹੀ ਹੋਇਆ ਕਿ ਕਿਸੇ ਦੀ ਕੋਈ ਪਤਾ ਨਹੀਂ ਕਿਹਦੀ ਵਾਰੀ ਆ ਜੇ, ਤੇ ਇਸ ਕਰਕੇ ਕੋਈ ਅਪਰੋਚ ਨਹੀਂ ਹੋਈ। ਪਰ ਉੱਦਾਂ ਅਪਰੋਚ ਮੈਂ ਕੀਤੀ ਸੀ ਹਾਕੀ ਦੇ ਬੇਸ 'ਤੇ, ਕਿਉਂਕਿ ਮੇਰੇ ਨਾਲ ਦੇ ਪਲੇਅਰ ਜਿਹੜੇ ਸੀਗੇ ਉਹ ਵੀ ਪੁਲਿਸ 'ਚ ਹੀ ਸੀਗੇ ਹਾਕੀ ਦੇ ਨਾਲ, ਤੇ ਉਹ ਭਾਜੀ ਕਹਿ ਕੇ ਚਲੇ ਜਾਈਦਾ ਸੀ, ਛੋਟੇ ਸੀਗੇ, ਭਾਜੀ ਦੱਸੋ ਪਤਾ ਕਰੋ। ਪਰ ਉਹ ਜਿੱਦਾਂ ਦੀਆਂ ਗੱਲਾਂ ਫਿਰ ਕਰ ਜਾਂਦੇ ਸੀ ਜਿੰਨਾ ਕੁ ਉਹਨਾਂ ਨੂੰ ਪਤਾ ਹੁੰਦਾ ਸੀ, ਅੰਦਰ ਖਾਤੇ ਕਰਦੇ ਵੀ, ਮਤਲਬ ਨਾਲੇ ਮਿੰਨਤਾਂ ਵੀ ਕਰਦੇ ਸੀ ਵੀ ਨਾ ਗੁਪਤ ਰੱਖੀ ਭਰਾਵਾ, ਗੱਲ ਨਾ ਕਰੀ, ਤੇ ਕਰਦੇ ਸੀਗੇ ਅਪਰੋਚ। ਭਲਾ ਕਰਨ ਵਾਲੇ ਬੜੇ ਦੁਨੀਆ ਹੁੰਦੀ ਹੈ, ਭਲਾ ਵਾਲੇ ਹੈਗੇ ਆ, ਠੀਕ ਹੈ ਨਾ, ਤੇ ਇਸ ਕਰਕੇ ਅਪਰੋਚ ਤਾਂ ਹੁੰਦੀ ਰਹੀ ਲਗਾਤਾਰ। ਅੱਛਾ, ਹੁਣ ਕੀ ਪੋਜੀਸ਼ਨ ਆ? ਅੱਜ ਵੀ ਭਾਈ ਜਗਵਿੰਦਰ ਸਿੰਘ ਵਾਲਾ ਕੇਸ ਅੰਡਰ ਟਰਾਇਲ ਹੈ, ਕਿਤੇ ਚੱਲ ਰਿਹਾ ਹਾਈ ਕੋਰਟ 'ਚ? ਹਾਂਜੀ, ਸੈਸ਼ਨ ਕੋਰਟ ਦੇ ਵਿੱਚ ਜਿੱਤ ਗਏ ਸੀਗੇ ਤੇ ਉਹਦੇ ਵਿੱਚ 3-3 ਸਾਲ ਦੀ ਸਜ਼ਾ ਹੋਈ ਸੀ ਦੋਨਾਂ ਨੂੰ, ਅਫਸਰਾਂ ਨੂੰ, ਤੇ ਉਹ ਕੇਸ ਫਿਰ ਅੱਗੇ ਅਸੀਂ ਉਮਰ ਕੈਦ ਲਈ ਉਹਨਾਂ ਦਾ ਕੀਤਾ ਅੱਗੇ ਕੇਸ, ਤੇ ਵੀ ਇਹਨਾਂ ਦੀ ਸਜ਼ਾ ਘੱਟ ਆ, ਉਹ ਕੀਤੀ ਸੀਗੀ ਅਪਰੋਚ, ਤੇ ਉਹ CBI ਵੀ ਉੱਧਰੋਂ ਆਉਣੀ ਸੀ ਦਿੱਲੀੋਂ, ਤੇ ਉਹ ਹਾਈ ਕੋਰਟ ਦੇ ਵਿੱਚ ਇਹਨਾਂ ਕੋਲ ਰਾਜਵਿੰਦਰ ਸਿੰਘ ਬੈਂਸ ਉਹਨਾਂ ਕੋਲ ਹੈਗਾ ਉਹ ਕੇਸ, ਤੇ ਉਹੀ ਕਰਦੇ ਨੇ ਜੋ ਕਰ ਰਹੇ ਨੇ। ਸਾਨੂੰ ਉਹਦੇ ਬਾਰੇ ਬਹੁਤਾ ਪੂਰਾ ਨਹੀਂ ਪਤਾ ਹੈਗਾ ਹੁਣ, ਤੇ ਕਾਫੀ ਸਾਲਾਂ ਬਾਅਦ ਮਤਲਬ 6-7 ਸਾਲ ਬਾਅਦ ਤਾਂ ਉਹ ਤਰੀਕ ਨਿਕਲੀ ਆ ਉਹਦੀ ਹੁਣ, ਤੇ ਹੁਣ ਪਿੱਛੇ ਜੇ ਇੱਕ ਤਰੀਕ ਪਈ ਸੀਗੀ ਤੇ ਹੁਣ ਅਗਲੀ ਤਰੀਕ ਦਾ ਮੈਨੂੰ ਨਹੀਂ ਪਤਾ ਲੱਗਾ, ਤੇ ਲੋਕਡਾਊਨ ਵਗੈਰਾ ਹੋ ਗਿਆ ਆਹ ਸਾਰਾ ਕੁਛ, ਤੇ ਉਹ ਕਰ ਰਹੇ ਨੇ ਕਾਰਵਾਈ, ਅੱਗੇ ਦੇਖੋ ਕੀ ਹੁੰਦਾ। ਉਹ ਉਸੇ ਦੌਰਾਨ ਮੇਰੇ ਕੋਲ ਨਾ ਇੱਕ IB ਅਫਸਰ ਆਇਆ ਸੀਗਾ, ਤੇ ਉਹ ਕਹਿ ਗਿਆ ਤੁਹਾਡਾ ਕੇਸ ਨਿਕਲਿਆ, ਕਿੱਦਾਂ ਤੁਸੀਂ ਫੇਰ ਕਰ ਰਹੇ ਹੋ, ਕਿਉਂ ਕਰ ਰਹੇ ਹੋ, ਹੁਣ ਕੀ ਮਿਲਣਾ ਤੇ ਨਹੀਂ ਮਿਲਣਾ। ਚਲੋ ਮਿਲਣਾ ਤਾਂ ਕੁਛ ਨਹੀਂ, ਜਾਂ ਮਿਲ ਵੀ ਸਕਦਾ, ਪਰਮਾਤਮਾ ਜਾਣਦਾ ਹੈ ਤਾਂ, ਪਰ ਗੱਲ ਇਹ ਦੋਸ਼ੀ ਨੂੰ ਸਜ਼ਾ ਦਿਵਾਉਣਾ ਵੀ ਤਾਂ ਇੱਕ ਮਤਲਬ ਲੜਾਈ ਹੈ ਨਾ। ਬਿਲਕੁਲ ਠੀਕ ਹੈ। ਔਰ ਸਾਡੇ ਕੋਲ ਸਾਨੂੰ ਹੱਕ ਅਧਿਕਾਰ ਦਿੰਦਾ ਹੈ ਭਾਰਤੀ ਨਿਆਂ ਪ੍ਰਣਾਲੀ ਦੇ ਵਿੱਚ, ਤੇ ਤੁਸੀਂ ਜ਼ਰੂਰ ਉਹਦੇ ਲਈ ਜਦੋਜਹਿਦ ਕਰੋ, ਕੇਸ ਲੜੋ। ਔਰ ਬਹੁਤ ਸਾਰੇ ਪੁਲਿਸ ਮੁਲਾਜ਼ਮ ਲਏ ਨੇ ਉਮਰ ਕੈਦਾਂ ਕੱਟਣ, ਜਿਹੜੇ ਉਸ ਵਕਤ ਕੁਝ ਸਤਾਰਿਆਂ ਦੇ ਤੇ ਕੁਝ ਪੈਸਿਆਂ ਦੇ ਲਾਲਚ ਦੇ ਵਿੱਚ ਜਿਨ੍ਹਾਂ ਨੇ ਨਜਾਇਜ਼ ਜਿਹੜੇ ਨਿਰਦੋਸ਼ ਨੌਜਵਾਨ ਜਿਹੜੇ ਮਾਰੇ ਨੇ, ਅੱਜ ਜੇਲ੍ਹਾਂ 'ਚ ਬੈਠੇ ਨੇ। ਭਾਈ ਜਸਵੰਤ ਸਿੰਘ ਖਾਲੜਾ ਨੂੰ ਮਾਰਨ ਵਾਲੀ ਸਾਰੀ ਟੀਮ ਭੁਗਤਣ ਰਹੀ ਆ। ਹਾਂਜੀ, ਆ ਹੁਣ ਬਾਬਾ ਚਰਨ ਸਿੰਘ ਜੀ ਨੂੰ ਜਿਨ੍ਹਾਂ ਨੇ ਮਾਰਿਆ ਸੀਗਾ, ਉਹ ਸਾਰੇ ਪੁਲਿਸ ਅਫਸਰ ਜਿਹੜੇ ਉਹਨਾਂ ਨੂੰ ਸਜ਼ਾਵਾਂ ਸੁਣਾਈਆਂ ਗਈਆਂ ਨੇ। ਬੇਸ਼ੱਕ ਚੱਕੀ ਸਲੋ ਚੱਲਦੀ ਆ, ਪੀਂਦੀ ਬੜਾ ਬਰੀਕ ਹੈ, ਇਨਸਾਫ ਜ਼ਰੂਰ ਮਿਲੇਗਾ। ਔਰ ਅੱਜ ਵੀ ਇਹ ਕੇਸ ਅੰਡਰ ਟਰਾਇਲ ਆ, ਔਰ ਕਿਤੇ ਨਾ ਕਿਤੇ ਉਮੀਦ ਜ਼ਰੂਰ ਕਰਦੇ ਹਾਂ ਭਾਰਤੀ ਨਿਆਂ ਪ੍ਰਣਾਲੀ ਤੋਂ ਵੀ ਕੋਈ ਨਾ ਕੋਈ ਇਨਸਾਫ ਜ਼ਰੂਰ ਇਹਨਾਂ ਨੂੰ ਮਿਲੇਗਾ। ਪਰਿਵਾਰ ਜਦੋਜਹਿਦ ਕਰ ਰਿਹਾ। ਭਾਜੀ, ਇਸ ਦੌਰਾਨ ਜਿਸ ਤਰ੍ਹਾਂ ਤੁਸੀਂ ਇੱਕ ਅੱਛੇ ਪਲੇਅਰ ਹੋਣ ਦੇ ਬਾਵਜੂਦ ਵੀ ਗਵਰਨਮੈਂਟ ਵੱਲੋਂ ਆਫਰ ਆਉਣ 'ਤੇ ਵੀ ਕੋਈ ਨੌਕਰੀ ਐਕਸੈਪਟ ਨਹੀਂ ਕੀਤੀ, ਤੇ ਅੱਜ ਦੀ ਡੇਟ ਦੇ ਵਿੱਚ ਘਰ ਦਾ ਕਿਵੇਂ ਚੱਲ ਰਿਹਾ ਸਾਰਾ ਸਿਸਟਮ ਜਿਹੜਾ ਗੁਜ਼ਾਰਾ? ਪਿਤਾ ਜੀ ਤੁਹਾਡੇ ਸਰਕਾਰੀ ਨੌਕਰੀ ਕਰਦੇ ਰਹੇ? ਹਾਂਜੀ, ਸਰਕਾਰੀ ਕਰਦੇ ਰਹੇ ਆ, ਇਹਨਾਂ ਦੀ ਪੈਨਸ਼ਨ ਆਉਂਦੀ ਆ, ਇਹਨਾਂ ਦਾ ਆਪਣਾ ਕਰ ਰਹੇ ਨੇ, ਇੰਨਾ ਵੀ ਹੈਗਾ। ਤੁਸੀਂ ਅੱਜ ਕੱਲ੍ਹ ਕੀ ਕਰਦੇ? ਅਸੀਂ ਇੱਕ ਟਿਊਸ਼ਨ ਅਕੈਡਮੀ ਖੋਲ੍ਹੀ ਹੋਈ ਆ, ਟਿਊਸ਼ਨ ਵਰਕ ਕਰਾਉਂਦੇ ਆ। ਕਿਸੇ ਬੱਚੇ 8-10 ਹੁੰਦੇ ਆ, ਕਿਸੇ 12 ਹੋ ਜਾਂਦੇ ਆ, ਕਿਸੇ 6 ਰਹਿ ਜਾਂਦੇ ਆ, ਤੇ ਇੱਦਾਂ ਹੀ ਜਿੰਨਾ ਕੁ ਆਉਂਦਾ ਕਿਰਤ ਕਮਾਈ ਦੇ ਵਿੱਚ ਉਹਨਾਂ ਕੋ ਗੁਜ਼ਾਰਾ ਕਰ ਰਹੇ ਆ, ਤੇ ਵਧੀਆ ਪਰਮਾਤਮਾ ਦੇ ਰਿਹਾ, ਠੀਕ ਹੈ। ਤੇ 2 ਬੱਚੇ ਆ, ਠੀਕ ਹੈ ਨਾ। ਹੁਣ ਮਿੱਤਰਾਂ ਦੀ ਮਦਦ ਦੇ ਨਾਲ, ਦੋਸਤਾਂ ਮਿੱਤਰਾਂ ਨੇ ਕਹਿ ਕੇ ਅਪਰੋਚ ਕਰਕੇ ਕੁੜੀ ਨੂੰ ਬਾਹਰ ਭੇਜਿਆ, ਤੇ ਕੈਨੇਡਾ ਆ, ਪਰ ਉਹਦੀਆਂ ਫੀਸਾਂ ਦੀ ਤੰਗੀ ਆ ਕਾਫੀ, ਤੇ ਕਰ ਰਹੇ ਆ ਅਪਰੋਚ ਜਿੰਨੇ ਜੋਗੇ ਹੈਗੇ ਆ। ਹਾਂ, ਕੋਈ ਨਹੀਂ, ਸਤਿਗੁਰੂ ਕਿਰਪਾ ਕਰਨਗੇ ਜੀ। ਅਗਰ ਤੁਹਾਨੂੰ ਕਿਸੇ ਗੱਲ ਦਾ ਇਤਰਾਜ਼ ਨਾ ਹੋਵੇ ਤੇ ਤੁਸੀਂ ਇਸ ਯੋਗ ਸਾਨੂੰ ਸਮਝੋ, ਤੇ ਸਾਡੀ ਇੱਕ ਸੰਸਥਾ ਜੀ ਗੁਰੂ ਨਾਨਕ ਲੰਗਰ ਸੇਵਾ ਸੁਸਾਇਟੀ ਇੰਟਰਨੈਸ਼ਨਲ, ਅਸੀਂ ਜਿਸ ਵੀ ਇਸ ਤਰ੍ਹਾਂ ਦੇ ਪੰਥ ਦਰਦੀ ਪਰਿਵਾਰ ਦੇ ਘਰ ਜਾਂਦੇ ਹਾਂ, ਕਿਸੇ ਸ਼ਹੀਦ ਪਰਿਵਾਰ ਦੇ ਘਰ ਜਾਂਦੇ ਹਾਂ, ਉੱਥੇ ਮੌਕੇ 'ਤੇ ਅਸੀਂ 10,000 ਰੁਪਈਆ ਜਿਹੜਾ ਅਸੀਂ ਭੇਟਾ ਦਿੰਦੇ ਹਾਂ। ਉਸ ਤੋਂ ਬਾਅਦ ਅੱਗੇ ਸੰਗਤ ਦੇ ਸਨਮੁਖ ਹੁੰਦਾ, ਤੁਹਾਡੇ ਬੱਚਿਆਂ ਦੀਆਂ ਫੀਸਾਂ ਦਾ ਪ੍ਰਬੰਧ ਕਰਨ ਲਈ ਬੈਠੇ ਨੇ। ਤੁਸੀਂ ਇੱਥੇ ਟਿਊਸ਼ਨ ਸੈਂਟਰ ਚਲਾਉਂਦੇ ਹੋ, ਤੁਹਾਡੇ ਕੋਲ ਬੱਚੇ ਕੁਛ ਆਉਂਦੇ ਨੇ ਜਾਂ ਗੁਰਸਿੱਖ ਪਰਿਵਾਰਾਂ ਦੇ ਜਿਹੜੇ ਗਰੀਬ ਸ਼ਾਇਦ ਉਹ ਨਹੀਂ ਪੇ ਕਰ ਸਕਦੇ, ਉਹਦੇ ਲਈ ਸਾਡੇ ਸਰਦਾਰ ਕੁਲਦੀਪ ਸਿੰਘ ਹੋਣੀ ਬੈਠੇ ਨੇ USA ਤੋਂ, ਉਹ ਤੁਹਾਨੂੰ ਸਿੱਧਾ ਡਾਇਰੈਕਟ ਪੇ ਕਰ ਸਕਦੇ ਆ ਕਿ ਤੁਸੀਂ ਇਹਨਾਂ ਬੱਚਿਆਂ ਨੂੰ ਫ੍ਰੀ ਆਫ ਕਾਸਟ ਜਿਹੜੀ ਆ ਇਹਨਾਂ ਨੂੰ ਸਿੱਖਿਆ ਦਿਓ। ਕਿਉਂਕਿ ਅੱਜ ਜਿੰਨੀਆਂ ਵੀ ਸਾਡੀਆਂ ਜਥੇਬੰਦੀਆਂ ਨੇ, ਉਹਨਾਂ ਦੀ ਕੋਸ਼ਿਸ਼ ਹੈ ਕਿ ਸਿਰਫ ਐਜੂਕੇਸ਼ਨ ਵੀ ਅਸੀਂ ਆਪਣੀ ਆਉਣ ਵਾਲੀ ਪੀੜ੍ਹੀ ਨੂੰ ਪੜ੍ਹਾ ਲਈਏ। ਤੁਹਾਡੇ ਬੱਚੇ ਪੜ੍ਹਨ ਗਏ ਨੇ, ਅਸੀਂ ਕੋਸ਼ਿਸ਼ ਕਰਾਂਗੇ, ਸੰਗਤ ਨੂੰ ਅਪੀਲ ਕਰਾਂਗੇ ਕਿ ਜੇ ਕੋਈ ਉਹਨਾਂ ਦੀਆਂ ਫੀਸਾਂ ਲਈ ਕੋਈ ਦਿੱਕਤ ਆਉਂਦੀ ਹੈ ਤਾਂ ਜ਼ਰੂਰ ਉਹਦੇ ਲਈ ਉਹ ਸਹਿਯੋਗ ਕਰਨਗੀਆਂ। ਬਹੁਤ ਲੰਬੀ ਲੜਾਈ ਲੜੀ ਆ ਤੁਹਾਡੇ ਪਰਿਵਾਰ ਨੇ, ਯਾਨੀ ਕਿ ਅੱਜ ਵੀ ਲੜ ਰਹੇ ਹੋ।
ਅਜੇ ਖਤਮ ਨਹੀਂ ਹੋਈ ਗੱਲ। ਤੇ ਭਾਈ ਜਗਵਿੰਦਰ ਸਿੰਘ ਜੀ ਦੀ ਗੱਲ ਕਰੀਏ, ਜਿਨ੍ਹਾਂ ਨੇ ਸੈਂਕੜੇ ਨਹੀਂ ਹਜ਼ਾਰਾਂ ਨੌਜਵਾਨ, ਕਿਉਂਕਿ ਨਾਭੇ ਜੇਲ੍ਹ ਦੇ ਵਿੱਚ ਰਹੇ ਨੇ ਸਵਰਨ ਸਿੰਘ ਖਾਲਸਾ ਹੋਣੀ, ਔਰ ਇਹ ਬੜਾ ਮਸ਼ਹੂਰ ਨਾਂ ਹੁੰਦਾ ਸੀਗਾ ਹੈਪੀ ਵਕੀਲ, ਤੇ ਬਹੁਤ ਸਾਰੇ ਨੌਜਵਾਨਾਂ ਦੀਆਂ ਉੱਥੋਂ ਜ਼ਮਾਨਤਾਂ ਕਰਾ ਕੇ ਫਿਰ ਉਹਨੂੰ ਰਿਹਾ ਕਰਾਉਣਾ, ਪੈਰਵਾਈ ਕਰਨੀ, ਬੜਾ ਕੁਝ ਕਰਦੇ ਰਹੇ ਨੇ, ਅਸੀਂ ਸੁਣਦੇ ਰਹੇ ਇਹਨਾਂ ਦਾ ਨਾਂ। ਤੇ ਸੰਗਤ ਜ਼ਰੂਰ ਤੁਹਾਡਾ ਸਾਥ ਦੇਗੀ, ਇਹਦੇ ਬਾਰੇ ਕੀ ਕਹਿਣਾ ਚਾਹੋਗੇ? ਸਰ ਨਹੀਂ, ਅਸੀਂ ਨਾ ਜਿਹੜੇ ਸਿੱਖ ਬੱਚੇ ਜਿਹੜੇ ਆਉਂਦੇ ਨੇ ਸਾਡੇ ਕੋਲ ਕੋਈ ਲੋੜਵੰਦ, ਕਿਉਂਕਿ ਸਾਨੂੰ ਪਤਾ ਹੁੰਦਾ ਵੀ ਇਹ ਲੋੜਵੰਦ ਹੈ ਕਿ ਨਹੀਂ ਹੈ, ਉਹਨਾਂ ਦੀ ਤਾਂ ਅਸੀਂ ਆਪ ਹੀ ਲੋੜ ਪੂਰੀ ਕਰਦੇ ਹਾਂ, ਕਿਉਂਕਿ ਐਜੂਕੇਸ਼ਨ 'ਤੇ ਪੈਸਾ ਤਾਂ ਲੱਗਦਾ ਨਹੀਂ ਸਾਡਾ, ਅਸੀਂ ਪੜ੍ਹਾਉਂਦੇ ਹਾਂ, ਉਹਦੀ ਫੀਸ ਲੈਂਦੇ ਹਾਂ, ਉਹ ਫੀਸ ਅਸੀਂ ਲੈਂਦੇ ਨਹੀਂ, ਉਹ ਤਾਂ ਮੈਂ ਆਪ ਹੀ ਸ਼ੁਰੂ ਤੋਂ ਹੀ ਐਕਚੁਅਲੀ ਇਸੇ ਮਕਸਦ ਨਾਲ ਖੋਲ੍ਹਿਆ ਸੀ, ਪਰ ਸਾਡੀ ਇਨਕਮ ਨਾ ਹੋਣ ਕਰਕੇ ਤੇ ਸਾਨੂੰ ਇਹ ਪੈਸੇ ਲੈਣੇ ਪਏ ਲੋਕਾਂ ਤੋਂ। ਮਾਫ਼ ਕਰਨਾ ਮਨਜਿੰਦਰ ਭਾਜੀ, ਮੈਂ ਘਰ ਦੀ ਪੋਜੀਸ਼ਨ ਵੇਖ ਰਿਹਾ, ਬੇਸ਼ੱਕ ਪਿਤਾ ਜੀ ਨੌਕਰੀ ਕਰਦੇ ਰਹੇ ਨੇ, ਤੁਸੀਂ ਟਿਊਸ਼ਨ ਸੈਂਟਰ ਚਲਾ ਰਹੇ ਹੋ, ਇਹ ਇੱਕ ਐਡਵੋਕੇਟ ਦਾ ਘਰ ਸੀ, ਪਰ ਜੋ ਘਰ ਦੇ ਹਾਲਾਤ ਮੈਂ ਵੇਖ ਰਿਹਾ ਉਹਦੇ ਅਕੋਰਡਿੰਗਲੀ ਮੈਨੂੰ ਲੱਗਦਾ ਕਿ ਸ਼ਾਇਦ ਹੈਲਪ ਦੀ ਲੋੜ ਹੈ। ਨਹੀਂ ਸਰ, ਹੈਲਪ ਲੈਣੀ ਨਹੀਂ, ਉਹਦਾ ਕਾਰਨ ਇਹ ਵੀ ਸਿਰਫ ਠੀਕ ਹੈ, ਮੈਂ ਐਜੂਕੇਸ਼ਨ ਵਾਸਤੇ ਕਹਿ ਰਿਹਾ ਬੇਟੀ ਦੀ, ਕਿਉਂਕਿ ਫੀਸਾਂ ਬਹੁਤ ਜ਼ਿਆਦਾ, ਇੱਕ ਸਾਨੂੰ ਨਾ ਅਪਰੋਚ ਸਾਡੀ ਸਹੀ ਕਾਲਜ 'ਚ ਨਹੀਂ ਹੋਈ, ਉਹਦੇ ਕਰਕੇ ਉਹ ਖਰਚੇ ਬਹੁਤ ਜ਼ਿਆਦਾ ਕੈਨੇਡਾ ਕਾਲਜ ਦੇ, ਤੇ ਤਕਰੀਬਨ 5-6 ਹਜ਼ਾਰ ਡਾਲਰ 3-4 ਮਹੀਨੇ ਬਾਅਦ ਜਾਂਦਾ। ਉਹ ਮੈਂ ਕਈ ਸਿੰਘਾਂ ਤੱਕ ਅਪਰੋਚ ਕੀਤੀ ਵੀ, ਕਿਉਂਕਿ ਹੈਪੀ ਨੇ ਗੱਲ ਕਹੀ ਸੀ ਵੀ ਜਿੱਦਣ ਲੋੜ ਪਈ ਇੱਕ ਮਿੰਟ, ਇਹ ਨਾ ਇਹੋ ਜਿਹਾ ਸਮਾਂ ਵਾ, ਉਦੋਂ ਹੀ ਰਾਤ ਨੂੰ ਮੈਂ ਤੁਹਾਡੇ ਨਾਲ ਗੱਲ ਕਰਦਾ ਸੀ ਵੀ ਮੈਨੂੰ ਰਾਤ ਨੂੰ ਉਹਨੇ ਸਮਝਾਇਆ ਵੀ ਇਹੋ ਜਿਹਾ ਦੌਰ ਆ ਲਾਡੀ, ਪਤਾ ਨਹੀਂ ਕਿਹਨੇ ਬਚਣਾ ਕਿਹਨੇ ਨਹੀਂ, ਇਹ ਜੰਗਲਾਂ 'ਚ ਜਾਣ ਵਾਲੇ ਸਮਾਂ ਆ ਜਾਣੇ ਆ, ਠੀਕ ਹੈ, ਸਿੰਘ ਕਿਹੜੇ ਰਹਿਣੇ ਨੇ, ਭੇਖੀ ਜ਼ਿਆਦਾ ਰਹਿਣਗੇ, ਟਾਊਟ ਬਚਣਗੇ, ਠੀਕ ਹੈ, ਅਤੇ ਤੂੰ ਜਿਹੜਾ ਕੋਈ ਸਿੰਘ ਉਸ ਵੇਲੇ ਜਦੋਂ ਤੈਨੂੰ ਲੋੜ ਪਈ, ਕੋਈ ਸਿੰਘ ਜਿਉਂਦਾ ਹੋਇਆ ਉਹਨੂੰ ਅਪਰੋਚ ਕਰ ਲਈ, ਠੀਕ ਨਾ, ਉਹ ਦਵੇ ਨਾ ਦਵੇ, ਜੋ ਉਹਦੀ ਹਾਲਤ ਉਸ ਵੇਲੇ ਕੀ ਹੋਏਗੀ, ਕਿਸੇ 'ਤੇ ਆਸ ਰੱਖ ਕੇ ਨਾ ਤੁਰੀ, ਠੀਕ ਹੈ। ਮੈਂ 25 ਸਾਲ ਵੀਰੇ ਨੂੰ ਹੋ ਗਏ ਸੀ, ਬੇਟੀ ਮੇਰੀ ਜਵਾਨ ਹੋ ਗਈ, ਭੇਜਣਾ ਸੀ, ਉਦੋਂ ਮੈਂ ਸਿੰਘਾਂ ਤੱਕ ਅਪਰੋਚ ਕੀਤੀ ਜਿੰਨੇ ਕੁ ਨੂੰ ਮੈਂ ਜਾਣਦਾ ਸੀ, ਪਰ ਕਿਸੇ ਨੇ ਨਹੀਂ ਕੀਤੀ, ਠੀਕ ਹੈ ਨਾ। ਅਤੇ ਕਈ ਤਰ੍ਹਾਂ ਦੇ ਗਣਾਉਂਦੇ ਰਹੇ, ਜਿਨ੍ਹਾਂ ਦਾ ਤੁਸੀਂ ਨਾਂ ਲਿਆ ਸਵਰਨ ਸਿੰਘ ਖਾਲਸਾ ਹੋਣੀ, ਉਹਨਾਂ ਦੇ ਕੋਲ ਕਿਤੇ ਜਾਇਓ ਤੁਸੀਂ ਦੇਖਿਓ ਕੀ ਕੁਛ ਹੈਗਾ, ਪਰਮਾਤਮਾ ਦੀ ਬਖਸ਼ਿਸ਼, ਉਹਨਾਂ ਤੱਕ ਵੀ ਅਪਰੋਚ ਕੀਤੀ ਸੀ, ਕਿਉਂਕਿ ਜਿਹੜੇ ਜਾਣਦੇ ਸੀ, ਜਿਨ੍ਹਾਂ ਨੂੰ ਮੈਂ ਜਾਣਦਾ ਸੀ, ਮੈਂ ਛੋਟਾ ਸੀ ਉਦੋਂ, ਜਿਹੜੇ ਘਰੇ ਆਉਂਦੇ ਜਾਂਦੇ ਸੀ ਜਾਂ ਮਤਲਬ ਜਿਨ੍ਹਾਂ ਦਾ ਕੇਸ ਲੜਦਾ ਸੀ, ਅਪਰੋਚ ਕੀਤੀ, ਪਰ ਮੇਰੀ ਨਹੀਂ ਕਿਸੇ ਨੇ ਬਾਂਹ ਫੜੀ, ਠੀਕ ਨਾ। ਹਾਂ, ਗੁਪਤੀ ਤੌਰ 'ਤੇ ਮੈਨੂੰ ਇੱਕ ਸਿੰਘ ਨੇ, ਜਿਹੜੇ ਜਿੱਦਾਂ ਮੈਂ ਤੁਹਾਡੇ ਨਾਲ ਗੱਲ ਕਰ ਰਿਹਾ, ਕੋਈ ਹੋਰ ਸੁਣ ਰਿਹਾ, ਤੀਜਾ ਬੰਦਾ, ਉਸ ਸਿੰਘ ਨੇ, ਉਹ ਬੰਦਾ ਚਲੇ ਗਿਆ ਉੱਠ ਕੇ, ਅਤੇ ਜਿਹੜਾ ਦੂਜਾ ਸੁਣ ਰਿਹਾ ਸੀ, ਉਸ ਬੰਦੇ ਨੇ ਆਪਣੀ ਜੇਬ 'ਚੋਂ 10,000 ਰੁਪਇਆ ਕੱਢ ਕੇ ਮੈਨੂੰ ਜ਼ਰੂਰ ਦਿੱਤਾ, ਠੀਕ ਹੈ, ਮੇਰੀ ਬੇਟੀ ਨਾਲ ਸੀ, ਅਤੇ ਤੁਸੀਂ ਲਓ, ਅਤੇ ਹੋਰ ਨਹੀਂ ਸਾਨੂੰ ਕਿਸੇ ਨੇ, ਠੀਕ ਆ, ਮਾੜੀ ਮੋਟੀ ਜਿੱਦਾਂ ਸ਼ੁਰੂ ਦੇ ਵਿੱਚ ਮੈਨੂੰ ਇਹਦਾ ਭਰਾ ਹੈਪੀ ਦਾ ਦੋਸਤ ਹੀ ਸੀਗਾ ਇੱਕ ਇੰਗਲੈਂਡ, ਉਹਨੇ ਮਦਦ ਭੇਜੀ ਸੀ, ਉਹਦੇ ਕਰਕੇ ਅਪਰੋਚ ਅਸੀਂ ਭੱਜ ਨੱਠ ਕਰਦੇ ਰਹੇ ਥੋੜ੍ਹੇ ਬਹੁਤ, ਅਤੇ ਉਹਨੇ ਵੀ ਕਦੀ ਬਾਂਹ ਨਹੀਂ ਫੜੀ, ਨਾ ਕੋਈ ਮੁੜ ਕੇ ਹੁਣ ਫੋਨ ਵੀ ਚੁੱਕਦੇ ਜਾਂ ਕੋਈ ਗੱਲ ਆ, ਕਿਉਂਕਿ ਸਾਰੇ ਵੈਲ ਸੈਟਲ ਆ ਜੀ, ਹੁਣ ਸੰਘਰਸ਼ ਵਾਲਾ ਗੱਲ ਨਹੀਂ ਹੋ ਸਕਦਾ, ਉਸ ਟਾਈਮ ਦੌਰਾਨ ਉਹ ਵੀ ਚੰਗੇ ਸਿੰਘ ਹੋਣ ਅਤੇ ਮੁੜ ਕੇ ਖਾਣ ਲਈ ਆਏ ਹੋਣ, ਇਹ ਵੀ ਪਤਾ ਕੋਈ ਨਹੀਂ, ਕਿਉਂਕਿ ਇਸ ਵੇਲੇ ਤਾਂ ਜੇ ਉੱਥੇ ਕੈਨੇਡਾ 'ਚ ਵੀ ਅਪਰੋਚ ਕੀਤੀ ਗਈ ਸਿੰਘਾਂ ਤੱਕ ਆਪਣੇ ਤੌਰ 'ਤੇ ਵੀ ਬੇਟੀ ਦੀ ਮਦਦ ਕਰੋ, ਬੇਟੀ ਇਕੱਲੀ ਹੈ, ਸਾਡਾ ਕੋਈ ਰਿਸ਼ਤੇਦਾਰ ਉੱਥੇ ਨਹੀਂ ਹੈਗਾ, ਅਤੇ ਉਹ ਵੀ ਬੇਟੀ ਆ ਜੀ, ਕੁੜੀ ਆ, ਕੁੜੀ ਨੂੰ ਕੁੜੀ ਦੀ ਨਜ਼ਰ ਨਾਲ ਦੇਖਿਆ ਜਾਂਦਾ, ਠੀਕ ਹੈ ਨਾ। ਇਸ ਲਈ ਮੈਂ ਬਹੁਤੀ ਗੱਲ ਨਹੀਂ ਕਰਨੀ ਚਾਹੁੰਦਾ ਮੀਡੀਆ 'ਚ। ਮੇਰੀ ਗੱਲ ਸੁਣੋ, ਮੈਂ ਬਿਨਾਂ ਕਿਉਂ ਬਹੁਤ ਕੁਝ ਸਮਝ ਰਿਹਾ, ਪਰ ਮੈਂ ਇੱਕ ਬੇਨਤੀ ਜ਼ਰੂਰ ਕਰਾਂਗਾ। ਅੱਜ ਉਹ ਤੁਹਾਡੀ ਬੇਟੀ ਮੇਰੀ ਬੇਟੀ ਹੈ, ਅੱਜ ਜੇ ਉੱਥੇ ਕਿਤੇ ਕਿਸੇ ਗੁਰਸਿੱਖ ਪਰਿਵਾਰ ਦੇ ਘਰ ਜਾ ਕੇ ਜਾਂ ਕਿਸੇ ਨੂੰ ਕਹਿ ਦੇਗੀ ਨਾ ਕਿ ਮੈਂ ਬਲਵਿੰਦਰ ਸਿੰਘ ਪੱਖੋਕੇ ਦੀ ਭਤੀਜੀ ਹਾਂ, ਅਤੇ ਉਹਨੂੰ ਪਿਆਰ ਸਤਿਕਾਰ ਇੱਜ਼ਤ ਮਾਣ ਬਹੁਤ ਮਿਲੇਗਾ। ਸਾਡੇ ਬਹੁਤ ਸਾਰੇ ਪਰਿਵਾਰ ਨੇ ਉੱਥੇ ਜਿਹੜੇ ਸ਼ਹੀਦਾਂ ਦੀਆਂ ਧੀਆਂ ਨੂੰ ਆਪਣੀਆਂ ਧੀਆਂ ਸਮਝਦੇ ਨੇ, ਉਹਨਾਂ ਦੀ ਲੋੜ ਪੈਣ 'ਤੇ ਮਦਦ ਕਰ ਸਕਦੇ ਨੇ, ਉਹਨਾਂ ਨੂੰ ਪ੍ਰੋਟੈਕਟ ਕਰ ਸਕਦੇ ਨੇ। ਤੁਸੀਂ ਸਾਨੂੰ ਸੇਵਾ ਦਾ ਮੌਕਾ ਦਿਓ। ਇੱਕ ਗੱਲ ਭਾਈ ਸਾਹਿਬ ਹਮੇਸ਼ਾ ਯਾਦ ਰੱਖਿਓ ਕਿ ਪ੍ਰਸ਼ਾਦ ਵਰਤਾਉਣ ਵਾਲਾ ਦਾਨੀ ਨਹੀਂ ਹੁੰਦਾ ਅਤੇ ਲੈਣ ਵਾਲਾ ਮੰਗਤਾ ਨਹੀਂ ਹੁੰਦਾ। ਇਹ ਗੁਰੂ ਦੀ ਬਖਸ਼ਿਸ਼ ਆ। ਸਤਿਗੁਰੂ ਸੱਚੇ ਪਾਤਸ਼ਾਹ ਉਹਨਾਂ ਸੰਗਤਾਂ ਦੇ ਮਨ 'ਚ ਵੱਸਦੇ ਨੇ ਜਿਹੜੇ ਸਾਨੂੰ ਲੱਖਾਂ ਰੁਪਈਆ ਤੁਹਾਡੇ ਵਰਗੇ ਪਰਿਵਾਰਾਂ ਨਹੀਂ ਭੇਜਦੇ ਆ, ਅਤੇ ਫਿਰ ਸਾਨੂੰ ਉਸ ਮੌਕੇ ਤੋਂ, ਉਸ ਸੇਵਾ ਤੋਂ ਵਾਂਝਿਆ ਨਾ ਕਰੋ। ਇਹ ਸਤਿਗੁਰੂ ਜੀ ਦੀ ਮਰਜ਼ੀ ਆ। ਮੈਂ ਕਿੰਨੇ ਦਿਨ ਤੋਂ ਸਾਡੀ ਫੋਨ 'ਤੇ ਗੱਲ ਹੋ ਰਹੀ ਆ, ਅਤੇ ਸਬੱਬ ਬਣਿਆ ਜਦੋਂ ਸਤਿਗੁਰੂ ਜੀ ਦਾ ਹੁਕਮ ਹੋਇਆ ਤੁਹਾਡੇ ਘਰ ਦਾ ਜਲ ਪਾਣੀ ਛਕਣਾ ਸੀ, ਉਦਣ ਹੀ ਅਸੀਂ ਘਰ ਆਏ ਹਾਂ। ਪਲੀਜ਼ ਮੈਂ ਹੱਥ ਜੋੜ ਕੇ ਬੇਨਤੀ ਕਰਦਾ ਕਿ ਸਾਡਾ ਇਹ ਹੱਕ ਨਾ ਖੋਵੋ ਸਾਡੇ ਕੋਲੋਂ। ਨਹੀਂ ਵੀਰ ਜੀ, ਮੈਂ ਮਾਇਆ ਦੀ ਤਾਂ ਨਹੀਂ, ਠੀਕ ਹੈ ਨਾ ਗੱਲ। ਹੁਣ ਤਾਂ ਉਹਦੀ ਸਟੱਡੀ ਤਕਰੀਬਨ 6 ਮਹੀਨੇ ਦੀ ਰਹਿ ਗਈ ਆ, ਕੋਈ ਗੱਲ ਨਹੀਂ,
ਤੇ ਫੀਸ ਵੀ ਉਹਦੇ ਕੋਲ ਹੋ ਗਈ ਆ, ਉਹ ਕਿਸੇ ਨਾ ਕਿਸੇ ਤਰ੍ਹਾਂ ਹੋ ਗਈ ਆ। ਚਲੋ ਮੇਰੇ ਦੋਸਤਾਂ ਨੇ ਮਦਦ ਕੀਤੀ, ਮੇਰੀ ਬਹੁਤ ਦੇ ਵਿੱਚ ਬੜੀ ਮੁਸ਼ਕਲ ਆ ਰਹੀ ਬੱਚਿਆਂ ਨੂੰ ਉੱਥੇ ਵੀ, ਕਿਉਂਕਿ ਕੰਮਕਾਰ ਪਹਿਲਾਂ ਵਰਗਾ ਰਿਹਾ ਕੰਮ ਉਹਦੇ ਕੋਲ ਹੈ ਨਹੀਂ ਗਾ, ਇਸ ਲਈ ਘਰੇ ਬੈਠੀ ਆ ਉਹ ਵੀ ਕਿਸੇ ਦੇ ਘਰ ਬੈਠੀ ਆ ਤੇ ਕਿਰਾਇਆ ਨਹੀਂ ਲੈ ਰਹੇ ਉਹ, ਠੀਕ ਹੈ। ਤੇ ਬਾਕੀ ਮਦਦ ਭਾਜੀ ਉੱਥੇ ਲੋਕੀ ਨਾ ਕਹਿੰਦੇ ਜ਼ਰੂਰ ਆ, ਬੜਾ ਕੁਛ ਸੁਣਦਾ ਮੈਂ ਵੀ ਆ, ਠੀਕ ਹੈ ਨਾ, ਪਰ ਜਿਹੜਾ ਠੱਗ ਹੁੰਦਾ ਨਾ, ਜਿਹੜਾ ਚੁਸਤੀਆਂ ਕਰਕੇ ਗੱਲਾਂ ਚਾਰ ਬਣਾ ਕੇ ਲੈ ਜਾਂਦਾ, ਉਹਦੀ ਲੋਕੀ ਮਦਦ ਫਟਾਫਟ ਕਰ ਦਿੰਦੇ, ਪਤਾ ਨਹੀਂ ਇਹ ਬੰਦਾ ਸੱਚਾ। ਜਿਹੜਾ ਐਕਚੁਅਲੀ ਹੁਣ ਵੀ ਤੁਸੀਂ ਬਹੁਤ ਦੌਰ 'ਚ ਫਿਰੇ ਆ, ਤੁਸੀਂ ਬਹੁਤ ਜ਼ਿਆਦਾ ਘੁੰਮਦੇ ਹੋ, ਤੁਸੀਂ ਬਹੁਤ ਪਰਿਵਾਰ ਇਸ ਤੁਹਾਡੀਆਂ ਇੰਟਰਵਿਊਆਂ ਦੇ ਵਿੱਚ ਆ ਵੀ ਉਹੋ ਜਿਹੇ ਪਰਿਵਾਰ ਬੈਠੇ ਨੇ ਜਿਨ੍ਹਾਂ ਕੋਲ ਤੁਸੀਂ ਇੱਕ ਪਿੱਛੇ ਕੀਤੀ ਸੀ ਸ਼ਾਇਦ ਵੀ ਪਿੰਡਾਂ ਵਾਲੇ ਹੋਣੀ ਘਰੇ ਜਾਂਦੇ ਰਹੇ ਤੇ ਉਹਨਾਂ ਟਕਸਾਲ ਤੱਕ ਨੇ ਨਹੀਂ ਪੁੱਛਿਆ, ਠੀਕ ਹੈ ਨਾ। ਤੇ ਕੀ ਟਕਸਾਲ ਦਾ ਚਲੋ ਇੱਕ ਮਨੋਰਥ ਨਹੀਂ ਸੀ ਵੀ ਸਿੰਘਾਂ ਮਗਰੋਂ ਕੋਈ ਇੱਕ ਮੈਨੂੰ ਇਹ ਦੱਸ ਦਿਓ 1984 ਜਿਹੜੇ ਸਿੰਘ ਦਰਬਾਰ ਸਾਹਿਬ 'ਚ ਸ਼ਹੀਦ ਹੋਏ ਉਹਦਾ ਡਾਟਾ ਕਿਸੇ ਕੋਲ ਹੈ? ਇੰਟਰਨੈਟ ਦਾ ਯੁੱਗ ਆ ਅੱਜ, ਠੀਕ ਨਾ। ਉਹ ਪਰਿਵਾਰਾਂ ਦੇ ਨਿੱਕੇ ਨਿੱਕੇ ਬੱਚੇ ਇੰਟਰਵਿਊ ਤਾਂ ਆਉਂਦੀਆਂ ਨੇ, ਬੱਚੇ ਨੂੰ ਲੱਤ ਤੋਂ ਫੜ ਕੇ ਪਾੜ ਦਿੱਤਾ ਗਿਆ, ਇੰਟਰਵਿਊ ਆਉਂਦੇ ਨੇ, ਸੰਤਾਂ ਨੂੰ ਸਾਹਮਣੇ ਸ਼ਹੀਦ ਹੁੰਦੇ ਦੇਖਿਆ, ਅੱਜ ਗੱਲਾਂ ਕਰਦੇ ਨੇ, ਠੀਕ ਹੈ ਨਾ। ਸਾਰਾ ਕੁਝ ਹੁੰਦਾ, ਚਲੋ ਜਿਨ੍ਹਾਂ ਦੇਖਿਆ ਉਹਨਾਂ ਨੇ ਕੁਰਬਾਨੀਆਂ ਸਿਰ ਮੱਥੇ। ਪਰ ਜਿਹੜੇ ਮਗਰ ਖਾਣ ਵਾਲੇ ਬੈਠੇ ਨੇ ਉਹਨਾਂ ਦੇ ਨਾਂ 'ਤੇ, ਸਿੰਘਾਂ ਸ਼ਹੀਦਾਂ ਦੇ ਨਾਂ 'ਤੇ, ਮੈਂ ਇੱਕ ਦੋ ਬੰਦਿਆਂ ਤੱਕ ਅਪਰੋਚ ਕੀਤੀ, ਉਹਨਾਂ ਨੇ ਨਾ ਜਲੀਲ ਕੀਤਾ ਗਿਆ ਮੈਨੂੰ। ਉਹ ਕਹਿੰਦਾ ਤੂੰ ਕੀ ਮੰਗਦਾ ਫਿਰਦਾ ਉਹਦੇ ਨਾਂ 'ਤੇ ਓਏ? ਮੈਂ ਕਿਹਾ ਸਰ ਜੀ ਮੈਂ ਮੰਗਣ ਨਹੀਂ ਆਇਆ, ਮੈਂ ਤੁਹਾਨੂੰ ਦੱਸਿਆ ਵੀ ਮੇਰੇ ਘਰ ਦੀ ਹਾਲਤ ਜੋ ਵੀ ਆ ਜਿੱਦਾਂ ਵੀ ਆ, ਵੀ ਮੈਨੂੰ ਥੋੜ੍ਹੀ ਬਹੁਤੀ ਕਿਸੇ ਤਰ੍ਹਾਂ ਮੈਨੂੰ ਹੋਰ ਨਾ ਸੀ ਕਿ ਮਨੁੱਖੀ ਤੌਰ 'ਤੇ ਇੱਕ ਢਾਰਸ ਹੋਵੇ ਵੀ ਹਾਂ ਬੇਟਾ ਤੇਰੇ ਮਗਰ ਆ, ਨਾਲ ਤੇਰੇ ਖੜੇ, ਕੋਈ ਦੁੱਖ ਸੁੱਖ 'ਚ ਸਲਾਹ ਹੋ ਜਾਂਦੀ, 100 ਗੱਲਾਂ ਹੁੰਦੀਆਂ। ਮੈਂ ਮਾਇਆ ਦੀ ਮਦਦ ਨਹੀਂ ਮੰਗਦਾ ਪਿਆ, ਮਾਇਆ ਦਾ ਮੈਨੂੰ ਕਿਰਤ ਹੈ, ਜਿੰਨੀ ਰੋਟੀ ਦਿੰਦਾ ਪਰਮਾਤਮਾ ਦੇ ਲਈ ਜਾਂਦਾ, ਕੋਈ ਉਧਾਰ ਲੈ ਆਈਦਾ, ਖਾ ਲਈਦਾ, ਫੇਰ ਕਰ ਲਈਦਾ, ਫੇਰ ਹੁੰਦਾ ਰਹਿੰਦਾ, ਚੱਲਦਾ ਰਹਿੰਦਾ। ਇੰਨੇ ਮਾੜੇ ਨਹੀਂ, ਠੀਕ, ਬਹੁਤ ਨਾਲੋਂ ਚੰਗੇ ਆ ਅਸੀਂ, ਠੀਕ ਨਾ। ਪਰ ਉਹਨਾਂ ਨੇ ਗੱਲ ਇਹੀ ਆਉਂਦੀ ਤੂੰ ਉਹਦਾ ਨਾਮ ਵਰਤਦਾ। ਮੈਨੂੰ ਇਹ ਦੱਸੋ ਵੀ ਸਾਰੀ ਕੌਮ, ਇੱਕ ਕੁਐਸਚਨ ਆ ਮੇਰਾ, ਸਾਰੀ ਕੌਮ ਅੱਜ ਤੱਕ ਗੁਰੂ ਗੋਬਿੰਦ ਸਿੰਘ ਦੇ ਪੁੱਤਰਾਂ ਦਾ ਨਾਮ ਵਰਤੀ ਜਾਂਦੀ ਆ? ਹੈਂ, ਉਹ ਮਰ ਗਏ, ਸ਼ਹੀਦ ਹੋ ਗਏ, ਚਲੋ ਕੁਰਬਾਨੀ ਆ, ਸਭ ਕੁਛ ਆਪਾਂ ਗਿਣਦੇ ਹਾਂ ਨਾ, ਮਤਲਬ ਇੱਕ ਦੁਨਿਆਵੀ ਤੌਰ 'ਤੇ ਆਪਾਂ ਕਹੀਏ ਉਹਦੇ ਪੁੱਤ ਮਰ ਗਏ, ਠੀਕ ਨਾ, ਉਹਨੇ ਹੋਰ ਮਾਵਾਂ ਦੇ ਪੁੱਤ ਵੀ ਉਹਦੇ ਨਾਲ ਮਰ ਗਏ, ਠੀਕ ਨਾ। ਉਹਨਾਂ ਦਾ ਨਾਂ ਵਰਤ ਕੇ ਬਾਬਿਆਂ ਨੇ ਡੇਰੇ ਪਾਲੇ, ਉਹਨਾਂ ਦੀ ਗੱਦੀਆਂ ਨਾਂ ਵਰਤ ਕੇ ਖਾਈ ਜਾਂਦੇ ਹੋ, ਠੀਕ ਨਾ। ਜੇ ਇੱਕ ਪਰਿਵਾਰ ਦਾ ਸਗਾ ਭਰਾ ਗੱਲ ਕਿਸੇ ਕੋਲ ਦੁੱਖ ਸੁੱਖ ਕਰਨ ਜਾਂਦਾ ਤੇ ਉਹਨੂੰ ਤੁਸੀਂ ਮੰਗਦਾ ਤੱਕ ਕਹਿ ਦਿੰਦੇ ਹੋ ਵੀ ਉਹ ਨਹੀਂ ਜੀ ਮੂਰਖ ਨੇ ਉਹ ਲੋਕ, ਨਾ ਮੈਂ ਉਹਨਾਂ ਉਹ ਮੂਰਖ ਨੇ ਲੋਕ। ਤੁਹਾਡਾ ਹੱਕ ਬਣਦਾ, ਸਾਡੀ ਡਿਊਟੀ ਲਾਈ ਆ ਭਾਈ ਸਾਹਿਬ, ਭਾਈ ਮਨਜਿੰਦਰ ਸਿੰਘ ਜੀ, ਸਾਡੀ ਸਾਨੂੰ ਸਤਿਗੁਰੂ ਜੀ ਨੇ ਚੁਣਿਆ ਇਹ ਸੇਵਾ ਕਾਰਜ ਲਈ। ਮੈਂ ਕੋਈ ਡਿਗਰੀ ਨਹੀਂ ਕੀਤੀ, ਮੈਂ ਕੋਈ ਐਸੀ ਆਪਣੀ ਯੋਗਤਾ ਨਹੀਂ ਕੀਤੀ ਪੂਰੀ ਵੀ ਮੈਂ ਕੋ ਆਪ ਪੂਰੀਆਂ ਕੀਤੀਆਂ ਯੋਗਤਾਵਾਂ ਤੇ ਫਿਰ ਮੈਨੂੰ ਇਹ ਸੇਵਾ ਮਿਲੀ ਆ। ਮੈਨੂੰ ਸਤਿਗੁਰੂ ਜੀ ਨੇ ਇਹ ਸੇਵਾ ਲਈ ਚੁਣਿਆ। ਮੈਂ ਤਾਂ ਤੁਹਾਨੂੰ ਬੇਨਤੀ ਕਰ ਰਿਹਾ ਕਿ ਪਲੀਜ਼ ਇਹ ਸੇਵਾ ਤੋਂ ਸਾਨੂੰ ਵਾਂਝਿਆ ਨਾ ਕਰੋ, ਫਾਰ ਗੋਡ ਸੇਕ। ਇਹ ਸਾਡਾ ਵੀ ਹੱਕ ਬਣਦਾ ਜੇ ਤੁਹਾਡੇ ਪਰਿਵਾਰਾਂ ਦੀ ਸੇਵਾ ਕਰਨਾ, ਤੁਹਾਡਾ ਵੀ ਹੱਕ ਬਣਦਾ। ਜੇ ਅੱਜ ਜੋ ਘਰ ਦੀ ਹਾਲਤ ਆ, ਬੱਚੀ ਨੂੰ ਲੋੜ ਆ, ਸਾਡੇ ਉੱਥੇ ਬੈਠੇ ਨੇ ਸਿੰਘ, ਜ਼ਰੂਰ ਖਿਆਲ ਰੱਖਣਗੇ ਹਰ ਤਰ੍ਹਾਂ ਲਈ। ਕੱਲ੍ਹ ਨੂੰ ਬੱਚੀ ਨੂੰ ਵਿਆਹੁਣਾ ਵੀ ਆ, ਉਹਨੇ ਕਿਤੇ ਕੋ ਆਪਣਾ ਕੋਈ ਕਾਰੋਬਾਰ ਬਿਜ਼ਨਸ ਵੀ ਸੈੱਟ ਕਰਨਾ, ਹਰ ਤਰ੍ਹਾਂ ਕੌਮ ਤੁਹਾਡੇ ਨਾਲ ਆ। ਜੋ ਭਾਈ ਜਗਵਿੰਦਰ ਸਿੰਘ ਜੀ ਨੇ ਕੀਤਾ ਉਸ ਦਾ ਅਹਿਸਾਸ ਹੈ ਸਾਨੂੰ। ਘਰੇ ਤਾਂ ਰਹਿੰਦਾ ਹੀ ਨਹੀਂ ਸੀ ਉਹ, ਠੀਕ ਨਾ। ਪਤਾ ਹੀ ਦੱਸਦਾ ਮੰਮੀ ਉਹਨਾਂ ਨੂੰ ਆ ਕੇ, ਮੰਮੀ ਕਹਿੰਦੇ ਪੁੱਤ ਕੱਲ੍ਹ ਨਹੀਂ ਆਇਆ, ਕਿੱਥੇ ਸੀਗਾ ਤੂੰ, ਕੀ ਆ? ਉਦੋਂ ਕਿਹੜਾ ਮੋਬਾਈਲ ਹੁੰਦੇ ਸੀ ਜਾਂ ਫੋਨ ਸੀ? ਤੇ ਮੈਂ ਮੰਮੀ ਚੱਲਿਆ, ਮੈਂ ਕੱਲ੍ਹ ਨੂੰ ਆਊਂਗਾ, ਮੈਂ ਪਰਸੋਂ ਆਊਂਗਾ, ਠੀਕ ਆ ਨਾ। ਉਹਨੇ ਸਾਰਾ ਕੁਝ ਕੀਤਾ, ਉਹ ਅਪਰੋਚ ਸਾਰਾ ਕੀਤਾ। ਮੁੰਡਿਆਂ ਨੇ ਬਾਅਦ 'ਚ ਹੁਣ ਦੱਸਦੇ ਨੇ, ਜਿਨ੍ਹਾਂ ਤੱਕ ਮੈਂ ਹੁਣ ਅਸਲ ਵਿੱਚ ਬੇਟੀ ਪਿੱਛੇ ਮੈਂ ਫਿਰਿਆ ਵਾਂ, ਤੇ ਉਦੋਂ ਮੈਂ ਤਾਂ ਪਹਿਲਾਂ ਕਦੀ ਗਿਆ ਨਹੀਂ, ਨਾ ਮੈਨੂੰ ਕੋਈ ਪੁੱਛਣ ਆਇਆ ਘਰੇ, ਠੀਕ ਨਾ। ਕੋਈ ਜਥੇਬੰਦੀ ਕੋਈ ਨਹੀਂ। ਹਾਲਾਂਕਿ ਇਲੈਕਸ਼ਨ ਟਾਈਮ ਮਾਨ ਹੋਣੀ ਵੀ ਘਰੇ ਆਏ ਆ, ਧਿਆਨ ਸਿੰਘ ਮੰਡ ਹੋਣੀ ਵੀ ਘਰੇ ਆਏ ਆ, ਸ਼ਾਇਦ ਉਹ ਭੁੱਲ ਵੀ ਗਏ ਹੋਣ, ਠੀਕ ਨਾ। ਮਾਨ ਉਹਨਾਂ ਤੱਕ ਬੜੀ ਅਪਰੋਚ ਕਰਦੇ ਰਹੇ ਆ, ਪਰ ਕਿਸੇ ਰੱਬ ਦੇ ਬੰਦੇ ਨੇ ਨਹੀਂ ਪੁੱਛਿਆ। ਤੇ ਜਿਹੜੇ ਲੋਕਲ ਲੀਡਰ ਸੀਗੇ ਉਹਨਾਂ ਤੱਕ ਅਪਰੋਚ ਕੀਤੀ ਵੀ ਮੇਰੀ ਬੇਟੀ ਵਾਸਤੇ ਤੁਸੀਂ ਮਦਦ ਕਰੋ, ਕਰਜ਼ੇ ਲਾ ਦਿਆਂਗੇ, ਕਰਜ਼ੇ ਦੀ ਕਿਹੜੀ ਗੱਲ ਆ, ਬੇਟੀ ਨੂੰ ਕਮਾਉਣ ਲਈ ਭੇਜਣਾ, ਕਮਾ ਲਏਗੀ, ਚੱਲ। ਜੇ ਨਹੀਂ ਤੇ ਇੱਕ ਸਿੱਖ ਬੱਚੀ ਦਾ ਹੀ ਕਰਨਾ ਯਾਰ, ਛੱਡੋ ਮਨਜਿੰਦਰ ਦੀ, ਜਗਵਿੰਦਰ, ਕੋਈ ਛੱਡ ਦਿਓ। ਇਹਨਾਂ ਨੂੰ ਪੁੱਛੋ ਗੁਰਦੁਆਰੇ ਗੋਲਕ 'ਚ ਤੁਸੀਂ ਪੈਸਾ ਪਾਉਂਦੇ ਕਿਹਦੀ ਮਾਂ ਨੂੰ ਦਿੰਦੇ ਹੋ? ਗੁਰਦੁਆਰੇ ਗੋਲਕ 'ਚ ਤਾਂ ਬੜੇ ਸੋਹਣੇ ਦਿੰਦੇ, ਚੌਧਰਾਂ ਕਰਨ ਦੀ ਯਾਰ, 11 4 12 ਆ ਸੋਨਾ ਚੜਾਈ ਜਾਂਦੇ, ਤੁਸੀਂ ਕਰੀ ਜਾਂਦੇ ਵੀ ਜਿਹੜੇ ਸਿੰਘਾਂ ਨੇ ਕੁਰਬਾਨੀ ਕੀਤੀ। ਚਲੋ ਕੁਰਬਾਨੀ ਵੀ ਛੱਡ ਦਿਓ, ਕੁਛ ਨਹੀਂ, ਆਪਣੀਆਂ ਯਾਰ, ਆਪਣੀਆਂ। ਕੋਈ ਸਿੱਖ ਬੱਚਾ ਦਿਖਦਾ ਕੋਈ ਆਪਣਾ ਹੀ ਆ ਨਾ, ਕੋਈ ਬਗਾਨਾ ਤਾਂ ਨਹੀਂ ਨਾ, ਉਹਨੂੰ ਤਾਂ ਦੇਣਾ। ਕੁੱਤੇ ਘਰਾਂ 'ਚ ਪਾਲ ਲੈਂਦੇ ਹੋ, ਇੱਕ ਸਿੱਖ ਬੱਚੇ ਨੂੰ ਨਹੀਂ ਤੁਸੀਂ ਦੇ ਸਕਦੇ। ਦੇਣ ਵਾਲੇ ਦਿੰਦੇ ਆ ਭਾਈ ਸਾਹਿਬ, ਬਹੁਤ ਕਰਦੇ ਆ। ਸਿਰਫ ਇਹ ਆ ਵੀ ਸ਼ਾਇਦ ਸਾਡਾ ਤਾਲਮੇਲ ਹੀ ਹੁਣ ਹੋਇਆ। ਨਹੀਂ ਵੀਰ ਜੀ, ਗੱਲ ਮੈਂ ਤੁਹਾਡੀ ਮੰਨਦਾ ਇਹ ਗੱਲ, ਹਾਂਜੀ। ਜਿਹੜੇ ਦਿੰਦੇ ਸੀ ਜਾਂ ਕਰਦੇ ਸੀ, ਜਿਨ੍ਹਾਂ ਤੱਕ ਮੈਂ ਤਾਲਮੇਲ ਕੀਤਾ, ਉਹਨਾਂ ਨੇ ਮੈਨੂੰ ਕਈ ਤਰ੍ਹਾਂ ਦੀਆਂ ਗੱਲਾਂ ਸੁਣਾਈਆਂ, ਕਈ ਕੁਝ ਸੁਣਿਆ, ਮੈਂ ਬੜਾ ਕੁਝ ਸਹਿਆ ਆ ਅਸੀਂ। ਔਰ ਸਰਕਾਰ ਨਾਲ ਲੜਦਿਆਂ ਜੋ ਕੁਝ ਸਹਿਆ ਉਸ ਤੋਂ ਵੱਧ ਸਹਿਆ ਆ,
ਠੀਕ ਹੈ ਨਾ, ਉਹ ਸਹਿ ਕੇ ਬੈਠੇ ਆ, ਕੋਈ ਇਹੋ ਜਿਹੀ ਗੱਲ ਨਹੀਂ, ਕਿਸੇ ਤੱਕ ਕੋਈ ਗਿਲਾ ਵੀ ਹੈ ਨਹੀਂ। ਜਿਨ੍ਹਾਂ ਨੇ ਕੋਈ ਗੱਲਾਂ ਸੁਣਾਈਆਂ ਵੀ ਚਾਰ, ਮੇਰਾ ਕਿਸੇ ਤੱਕ ਕੋਈ ਗਿਲਾ ਨਹੀਂ, ਕਿਉਂਕਿ ਸੁਭਾਅ ਆਪਣਾ ਆਪਣਾ ਇਹਨਾਂ ਦਾ, ਠੀਕ ਆ। ਹਰੇਕ ਨੇ ਆਪਣੇ ਸੁਭਾਅ ਮੁਤਾਬਕ ਗੱਲ ਕਰਨੀ ਆ। ਬਾਹਰ ਜਥੇਬੰਦੀਆਂ ਬਹੁਤ ਨੇ, ਮੈਨੂੰ ਵੀ ਪਤਾ ਆ, ਠੀਕ ਹੈ ਨਾ, ਸਾਰਾ ਕੁਝ ਕੀਤਾ। ਪਰ ਮੈਂ ਕਿਸੇ ਜਥੇਬੰਦੀ ਤੱਕ ਮੈਂ ਬੇਟੀ ਨੂੰ ਇਹ ਕਹਿ ਕੇ ਭੇਜਿਆ ਸੀ, ਪੁੱਤ ਬਾਹਰ ਜਾਣਾ ਆਪਣੇ ਤਾਏ ਦਾ ਨਾਂ ਨਹੀਂ ਲੈਣਾ। ਕਿਉਂ ਨਹੀਂ? ਕਿਉਂ ਜੀ? ਉਹਨਾਂ ਨੇ ਨਾਂ ਲੈਣਾ ਤੇ ਕਿੰਨੇ ਲੈਣਾ? ਇਹਨਾਂ ਦੇ ਨਾਵਾਂ ਦੇ ਉੱਤੇ ਬੜੇ ਲੋਕ ਉੱਥੇ ਅਸਾਈਲਮ ਲੈ ਕੇ ਬੈਠੇ ਨੇ ਵਿਦੇਸ਼ਾਂ ਦੇ ਮੁਲਕਾਂ ਦੇ ਵਿੱਚ, ਸਿਰਫ ਇਹ ਕਹਿ ਕੇ ਵੀ ਅਸੀਂ ਇਹਨਾਂ ਲੋਕਾਂ ਨੂੰ ਪ੍ਰਸ਼ਾਦਾ ਛਕਾਉਂਦੇ ਹੁੰਦੇ ਸੀ। ਬੜੇ ਬੜੇ ਵੱਡੇ ਸ਼ਹੀਦ ਹੋ ਗਏ ਨੇ ਜਿਨ੍ਹਾਂ ਦੇ ਨਾਂ ਦੇ ਉੱਤੇ ਉੱਥੇ ਪੋਲੀਟੀਕਲ ਸਟੇਆਂ ਮਿਲੀਆਂ ਹੋਈਆਂ ਨੇ, ਬੜੇ ਬੜੇ ਵੱਡੇ ਕਾਰੋਬਾਰ ਸੈੱਟ ਕੀਤੇ ਹੋਏ ਨੇ। ਇਹਨਾਂ ਦੇ ਨਾਵਾਂ ਦੇ ਉੱਤੇ ਬਹੁਤ ਵੱਡੇ ਵੱਡੇ ਉੱਥੇ ਅਮਾਊਂਟ ਇਕੱਠੇ ਕਰਕੇ ਉਹਨਾਂ ਨੇ ਆਪਣੇ ਕਾਰੋਬਾਰ ਸੈੱਟ ਕਰ ਲਏ ਨੇ। ਇਹ ਗੱਲਾਂ ਅੱਜ ਜੱਗ-ਜ਼ਾਹਰ ਹੋ ਰਹੀਆਂ ਨੇ। ਕਿਉਂ ਨਹੀਂ? ਉਹਨਾਂ ਦਾ ਹੱਕ ਬਣਦਾ। ਕਿਉਂ ਤੁਸੀਂ ਕਿਉਂ ਮਨਾ ਕੀਤਾ ਉਸ ਬੇਟੀ ਨੂੰ ਕਿ ਆਪਣੇ ਤਾਏ ਦਾ ਨਾਂ ਲੈਣਾ? ਕਿਉਂ ਨਹੀਂ ਲੈਣਾ ਸੀ? ਉਹ ਪ੍ਰਾਊਡ ਫੀਲ ਕਰੇ ਆਪਣੇ ਤਾਏ ਦਾ ਨਾਂ ਲੈਂਦਾ ਕਿ ਮੇਰੇ ਤਾਏ ਨੇ ਸੇਵਾ ਕੀਤੀ ਆ, ਕਿਸੇ ਦਾ ਕਤਲ ਨਹੀਂ ਕੀਤਾ, ਕਿਸੇ ਨਿਰਦੋਸ਼ ਨੂੰ ਮਾਰਿਆ ਨਹੀਂ, ਕਿਸੇ ਨੂੰ ਲੁੱਟਿਆ ਨਹੀਂ, ਕਿਸੇ ਕੋਲੋਂ ਫੀਸ ਨਹੀਂ ਲਈ। ਜਿੱਡਾ ਵੱਡਾ ਕੰਮ ਕਰ ਗਏ ਨੇ ਐਡਵੋਕੇਟ ਜਗਵਿੰਦਰ ਸਿੰਘ ਜੀ, ਮੈਂ ਨਾ ਇੱਕ ਮਿਸਾਲ ਹੈ, ਬਹੁਤ ਵੱਡੀ ਗੱਲ ਹੈ। ਵੀਰ ਜੀ ਮਿਸਾਲਾਂ ਬਹੁਤ ਚਿਰ ਬਾਅਦ 'ਚ ਨਿਕਲਦੀਆਂ ਨੇ, ਠੀਕ ਹੈ ਨਾ। ਮਿਸਾਲਾਂ ਜਿਹੜੀਆਂ ਮੌਕੇ ਦੀਆਂ ਹੁੰਦੀਆਂ ਨੇ ਨਾ, ਉਹ ਮੌਕੇ ਦੇ ਲੋਕੀ ਨਹੀਂ ਜਰਦੇ। ਤੁਹਾਨੂੰ ਦੱਸਿਆ ਵੀ ਮੈਂ ਜਿੰਨਾ ਤੱਕ ਅਪਰੋਚ ਕੀਤੀ, ਜਿਹੜੇ ਹੈਪੀ ਦੇ ਨਾਲ ਮੇਰੇ ਘਰ ਦੇ ਵਿੱਚ, ਇੱਥੇ ਘਰ ਦੇ ਵਿੱਚ ਹੈਪੀ ਦੇ ਹੁੰਦਿਆਂ ਧੱਕੇ ਖਾਂਦੇ ਰਹੇ ਨੇ, ਠੀਕ ਨਾ, ਉਹਨਾਂ ਨੇ ਵੀ ਕਿਹਾ, ਕਹਿੰਦੇ ਅੱਛਾ ਉਹਦੇ ਨਾਲ ਮੰਗਦਾ ਫਿਰਦਾ, ਤੈਨੂੰ ਕੀ ਲੋੜ ਆ? ਉਹਨੇ ਤੱਕ ਦੀ ਫੀਸ ਨਹੀਂ ਲਈ, ਉਹਨੇ ਨਹੀਂ ਸੀ ਫੀਸ ਲਈ, ਤਾਂ ਹੀ ਤਾਂ ਘਰ ਦੀ ਇਹ ਹਾਲਤ ਆ। ਜੇ ਉਹ ਲੁੱਟ ਕੇ ਖਾਂਦਾ, ਜੇ ਮਹਿਲ ਵੀ ਪਾ ਕੇ ਬੈਠਾ ਹੁੰਦਾ, ਫਿਰ ਤੁਹਾਡੇ ਵਰਗੇ ਵੀ ਫੀਸਾਂ ਦਿੰਦੇ ਘਰ ਲਟਾ ਕੇ, ਠੀਕ ਆ ਨਾ। ਗੱਲ ਇਹ ਨਹੀਂ ਹੈਗੀ, ਗੱਲ ਸਿਰਫ ਇੰਨੀ ਆ ਕਿ ਚਲੋ ਠੀਕ, ਕੁਰਬਾਨੀ ਉਹਦੀ, ਮੈਂ ਕੁਰਬਾਨੀ ਵੇਚਣ ਨਹੀਂ ਲੱਗੇ, ਮੇਰੀ ਮਾਂ ਨੇ ਨਹੀਂ ਵੇਚੀ। ਮਾਂ ਨੇ ਮੇਰੀ ਨੇ ਕੇਵਲ ਡਾਕਟਰ ਕੇਵਲ ਕਿਸੇ ਨੇ ਫਾਈਨਾਂਸ ਮਿਨਿਸਟਰ ਪੰਜਾਬ ਨੂੰ ਘਰੋਂ ਮੋੜ ਦਿੱਤਾ ਸੀ ਅਤੇ ਅੱਖਾਂ ਭਰ ਕੇ ਗਿਆ ਸੀ ਉਹ, ਠੀਕ ਹੈ ਨਾ। ਬਿਆਨ ਸਿੰਘ ਨੇ ਆਫਰਾਂ ਕੀਤੀਆਂ ਸੀ, ਜੇ ਵਿਕਣਾ ਹੁੰਦਾ ਸੀ ਵਿਕਦੇ। ਮੇਰਾ ਬਾਪ ਵਿਕਦਾ, ਅੱਜ ਤੱਕ ਮੇਰਾ ਬਾਪ ਕਿਸੇ ਦਰ 'ਤੇ ਜਾ ਕੇ ਨਹੀਂ ਮੇਰੇ ਪੁੱਤ ਦੀ ਭੀਖ ਮੰਗੀ ਇਹਨੇ, ਠੀਕ ਆ। ਕਾਨੂੰਨੀ ਲੜਾਈ ਲੜੀ ਹੈ, ਅਸੀਂ ਲੜਦੇ ਹਾਂ, ਅੱਜ ਵੀ ਲੜਦੇ ਹਾਂ, ਆਪਣੇ ਬਲਬੂਤੇ ਲੜਦੇ ਹਾਂ। ਜਿੰਨੀ ਫੀਸ ਹੁੰਦੀ ਸਾਡੇ ਕੋਲ, ਜਿੰਨੇ ਜੋਗੇ ਅਸੀਂ ਵਕੀਲਾਂ ਨੂੰ ਦਿੰਦੇ ਹਾਂ, ਜਿੱਥੇ ਨਹੀਂ ਹੁੰਦੀ ਅਸੀਂ ਹੱਥ ਖੜੇ ਕਰਦੇ ਹਾਂ। ਉਹ ਸਾਨੂੰ ਪਟਿਆਲੇ ਸੈਸ਼ਨ ਕੋਰਟ 'ਚ ਵਕੀਲ ਆਪਣਾ ਐਕਸਟਰਾ ਕਰਨਾ ਪਿਆ। ਸਿੱਖ ਵਕੀਲ ਸੀਗੇ, ਸਾਰੇ ਸੀਗੇ, ਠੀਕ ਹੈ ਨਾ। ਪਰ ਉਹਨਾਂ ਨੇ ਵੀ ਚਲੋ ਜਿੰਨਾ ਕੀਤਾ, ਪਰ ਇੱਕ ਸਮਾਂ ਇਹੋ ਜਿਹਾ ਆਇਆ ਸਾਨੂੰ ਪਾਸੇ ਹੋ ਕੇ ਕਰਨਾ ਪਿਆ, ਠੀਕ ਹੈ ਨਾ। ਉਹ ਵਕੀਲ ਨਾਲ ਅਸੀਂ ਕਿੰਨੀਆਂ ਫੀਸਾਂ ਦਿੱਤੀਆਂ, ਜਾਂ ਅਸੀਂ ਕਿੱਦਾਂ ਕੀਤਾ, ਜਾਂ ਮੈਂ ਆਪਣੀ ਜਾਨ ਬਚਾਉਣ ਲਈ ਕਿਸ ਪੁਲਿਸ ਤੱਕ ਅਪਰੋਚ ਕੀਤੀ, ਕਿਸ ਤੱਕ ਕੀ ਕੁਛ ਕੀਤਾ ਗਿਆ, ਇਹ ਕਿਸੇ ਨੂੰ ਹੁਣ ਇਹ ਦੱਸਿਆ ਥੋੜ੍ਹਾ ਜਾ ਸਕਦਾ, ਨਾ ਇਹ ਯਕੀਨ ਕਰਨ ਯੋਗ ਆ, ਠੀਕ ਹੈ ਨਾ। ਹਰ ਕੋਈ ਇਹ ਦੇਖ ਲੈਂਦਾ ਵੀ ਨਹੀਂ ਜੀ ਇਹ ਤਾਂ ਹੁਣ ਗੱਡੀ ਲਈ ਕਿਸ਼ਤਾਂ 'ਤੇ ਲਈ ਆ, ਠੀਕ ਹੈ ਨਾ, ਕਿਸ਼ਤਾਂ ਦੇ ਰਹੇ ਆ ਕਿਸੇ ਤਰ੍ਹਾਂ। ਉਹ ਵੀ ਪਰਿਵਾਰ ਆ, ਵੱਡਾ ਵਿਆਹ 'ਤੇ ਜਾਣਾ, ਕਿਤੇ ਨਾ ਕਿਤੇ ਮਤਲਬ ਰਿਸ਼ਤੇਦਾਰੀ ਦੂਰ ਆ, ਨਹੀਂ ਜੇ ਗੱਡੀਆਂ ਲੈ ਬੱਲੇ ਐਸ਼ਾਂ, ਇਹ ਕੋਈ ਐਸ਼ਾਂ ਥੋੜ੍ਹਾ ਨੇ। ਨਹੀਂ, ਇਹ ਮਾਂ ਪਿਓ ਬਜ਼ੁਰਗ ਲਈ ਉਹ ਇੱਕ ਛੋਟੀ ਜਿਹੀ ਗੱਡੀ ਤੇ ਘਰ ਦੀ ਜ਼ਰੂਰਤ ਹੈ। ਗੱਡੀ ਹੋਣਾ ਮਰ ਗਈ, ਇਹ ਸੱਚਾਈ ਆ ਕਿ ਮੰਮੀ ਨੂੰ ਬ੍ਰੇਨ ਹੈਮਰੇਜ ਹੋਈ ਇੱਥੇ, ਮੰਮੀ ਨੂੰ ਚੱਕ ਕੇ ਲੈ ਜਾਣਾ ਸੀ, ਕੋਈ ਗੱਡੀ ਨਹੀਂ ਸੀ ਮਿਲ ਰਹੀ। ਅਖੀਰ ਕਿਸੇ ਦੋਸਤ ਤੱਕ ਅਪਰੋਚ ਕੀਤੀ, ਉਹ ਲੈ ਕੇ ਆਇਆ, ਘੰਟਾ ਇੱਕ ਲੱਗ ਗਿਆ ਇੱਥੇ। ਘੰਟੇ ਬਾਅਦ ਜਦੋਂ ਹਸਪਤਾਲ ਗਏ, ਉਹਨਾਂ ਨੇ ਜਾ ਕੇ ਉਹਦੇ ਇਕਦਮ ਕੀਤਾ, ਉਹ ਕਹਿੰਦੇ ਲੇਟ ਆ ਤੁਸੀਂ। ਇੱਥੋਂ ਲਿਆ, ਫਿਰ ਗੱਡੀ ਕਿਰਾਏ 'ਤੇ ਲੱਭੀ, ਅਤੇ ਫਿਰ ਲੈ ਕੇ ਜਲੰਧਰ ਗਏ। ਜਦ ਤੱਕ ਹਸਪੀਟਲ ਦੇ ਬਾਹਰ ਗੇਟ 'ਤੇ ਡਾਕਟਰ ਨੇ ਇਹ ਗੱਲ ਕਹਿਤੀ, ਜੀ ਨਬਜ਼ ਖੜ੍ਹ ਗਈ, ਤੁਸੀਂ ਕਿਤੇ ਅੱਧਾ ਘੰਟਾ ਪਹਿਲਾਂ ਆ ਜਾਂਦੇ। ਹੁਣ ਮੇਰੇ ਬਾਪ ਨੂੰ ਬ੍ਰੇਨ ਹੈਮਰੇਜ ਹੋ ਗਈ, ਖੜੇ ਪੈਰ ਗੱਡੀ ਲੈਣੀ ਪਈ। ਕਿੱਦਾਂ ਲਈ ਆ, ਕਿੱਦਾਂ ਕਿਸ਼ਤਾਂ ਦਿੱਤੀਆਂ, ਕੀ ਕਰਦੇ ਪਏ ਆ, ਇਹ ਕਿਸੇ ਨੂੰ ਥੋੜ੍ਹਾ ਪਤਾ ਹੈਗਾ। ਗੱਡੀ ਤਾਂ ਹਰੇਕ ਨੂੰ ਦਿਖਦੀ ਆ, ਠੀਕ ਹੈ ਨਾ। ਕੋਈ ਨਹੀਂ, ਜੋ ਵੀ ਕੋਈ ਬੋਲਦੇ ਨਾ, ਵੇਖੋ ਇੱਥੇ ਭਾਈ ਕਨ੍ਹਈਆ ਜੀ ਸੇਵਾ ਕਰਦੇ ਸੀ ਨਾ, ਉਹਨਾਂ ਦੀ ਸ਼ਿਕਾਇਤ ਲਾਤੀ ਸੀ ਵੀਰ ਜੀ, ਉੱਥੇ ਸਤਿਗੁਰ ਦੇ ਹੁੰਦਿਆਂ 10ਵੇਂ ਪਾਤਸ਼ਾਹ ਦੀ ਹਾਜ਼ਰੀ 'ਚ ਸ਼ਿਕਾਇਤ ਲਾਤੀ ਭਾਈ ਕਨ੍ਹਈਆ ਜੀ ਦੀ। ਸਾਡੀਆਂ ਵੀ ਸ਼ਿਕਾਇਤਾਂ ਲੱਗਦੀਆਂ ਨੇ, ਸਾਨੂੰ ਵੀ ਲੋਕ ਚੋਰ ਕਹਿੰਦੇ ਨੇ, ਸਾਨੂੰ ਵੀ ਕਹਿੰਦੇ ਨੇ ਵੀ ਜੇ ਲੱਖ ਆ ਜਾਂਦਾ ਤੇ ਵਿੱਚੋਂ 10-20 ਹਜ਼ਾਰ ਦੇ ਕੇ ਤੇ ਬਾਕੀ ਕੀ ਪਤਾ ਕੀ ਕਰਦਾ ਏ। ਪਰ ਸਾਡਾ ਤਰੀਕਾ ਕੁਝ ਹੋ ਰਿਹਾ, ਭੇਜਣ ਵਾਲਿਆਂ ਨੂੰ ਪਤਾ ਅਸੀਂ ਕੀ ਕਰਦੇ ਹਾਂ, ਪਰ ਅਸੀਂ ਇਹ ਗੱਲ ਨਹੀਂ ਵੇਖਣੀ। ਸਾਨੂੰ ਚੋਰ ਕਹਿਣ ਵਾਲਿਆਂ ਨੇ ਚੋਰ ਹੀ ਕਹਿਣਾ, ਸਾਨੂੰ ਗਲਤ ਕਹਿਣ ਵਾਲਿਆਂ ਕਹੀ ਜਾਣਾ। ਪਰ ਜਿਹੜੇ ਸਹੀ ਲੋਕ ਨੇ, ਕੁਛ ਉਹ ਮਾਵਾਂ ਨੇ, ਉਹ ਸਾਡੇ ਭੈਣ ਭਰਾ ਨੇ ਜਿਹੜੇ ਵਿਦੇਸ਼ਾਂ ਦੇ ਵਿੱਚ ਰੋਜ਼ ਮੇਰੇ ਲਈ ਅਰਦਾਸ ਕਰਦੇ ਆ ਕਿ ਬਲਵਿੰਦਰ ਸਿੰਘ ਤੇਰੇ ਲਈ, ਤੇਰੀ ਲੰਬੀ ਉਮਰ ਲਈ ਅਸੀਂ ਅਰਦਾਸ ਕਰਦੇ ਹਾਂ, ਤੂੰ ਅੱਛਾ ਕੰਮ ਕਰ ਰਿਹਾ। ਉਹਨਾਂ ਨੂੰ ਚੰਗਾ ਲੱਗਦਾ। ਜਿਨ੍ਹਾਂ ਨੂੰ ਕਈ ਅਸੀਂ ਠੱਗ ਚੋਰ ਵੀ ਲੱਗਦੇ ਹਾਂ, ਲੈ ਬਾਹਰੋਂ ਵਿਦੇਸ਼ਾਂ 'ਚੋਂ ਲਈ ਜਾਂਦਾ ਹੀ ਬਣਾ ਵੀਡੀਓ, ਬਥੇਰਾ ਮਾਲ ਆਉਣ ਡਿਆ। ਪਰ ਅਸੀਂ ਆਉਂਦੇ ਹਾਂ, ਭੇਜਣ ਵਾਲਿਆਂ ਨੂੰ ਪਤਾ ਵੀ ਉਹ ਜਦੋਂ ਭੇਜਦੇ ਨੇ, ਉਹਨਾਂ ਵੱਲੋਂ ਭੇਜੀ ਸੇਵਾ ਦਾ ਅਸੀਂ ਕੀ ਕਰਦੇ ਹਾਂ। ਉਹਨਾਂ ਦੇ ਮੋਬਾਈਲ 'ਤੇ ਰਿਪੋਰਟ ਚਲੇ ਜਾਂਦੀ ਆ। ਸਾਡਾ TV ਚੈਨਲ PTN 24 ਚੈਨਲ ਵੀ ਵਿਖਾਉਂਦਾ। ਪਰ ਅੱਜ ਬੇਨਤੀ ਹੈ, ਪਲੀਜ਼ ਫਾਰ ਗੋਡ ਸੇਕ, ਇਸ ਸੇਵਾ ਤੋਂ ਸਾਨੂੰ ਵਾਂਝਿਆ ਨਾ ਕਰੋ। ਉਹ ਨਹੀਂ, ਕਿਸੇ ਕੋਈ ਹੋਰ ਲੋੜਵੰਦ ਹੋਏਗਾ ਤੁਹਾਡੇ ਕੋਲ, ਕੋਈ ਵੀ ਮਿਲੇ, ਉਹਨੂੰ 10 ਦਿਨ 20 ਦੇ ਦਿਓ ਤੁਸੀਂ, ਠੀਕ ਹੈ ਨਾ। ਸਾਡੀ ਪ੍ਰਮਾਤਮਾ ਰੋਟੀ ਲਿਖੀ ਆ, ਰੋਟੀ ਚੱਲਦੀ ਪਈ ਆ। ਹਾਂ, ਬੇਟੀ ਨੂੰ ਜੇ ਲੋੜ ਪਈ, ਮੈਂ ਤੁਹਾਡੇ ਤੱਕ ਜ਼ਰੂਰ ਅਪਰੋਚ ਕਰਾਂਗਾ। ਜ਼ਰੂਰ ਜੀ। ਉਹ ਬੇਟੀ ਸਾਡੀ ਆ, ਉਹ ਬਲਵਿੰਦਰ ਪੱਖੋਕੇ ਦੀ ਬੇਟੀ ਆ, ਉਹ ਗੁਰੂ ਨਾਨਕ ਲੰਗਰ ਸੇਵਾ ਸੁਸਾਇਟੀ ਇੰਟਰਨੈਸ਼ਨਲ ਦੀ ਬੇਟੀ ਆ। ਉਹ ਸਾਨੂੰ ਤੇ ਸੇਵਾ ਦਿੱਤੀ ਹੈ ਸ਼ਹੀਦ ਪਰਿਵਾਰਾਂ ਦੀ, ਬੇਝਿਜਕ
ਮੈਨੂੰ ਫੋਨ ਕਰਨਾ ਜੀ। ਉਸ ਬੇਟੀ ਦੀ ਕਦੀ ਦਿੱਕਤ ਨਹੀਂ ਆਉਣ ਦਿਆਂਗੇ। ਸਾਡੇ ਵੀਰ USA 'ਚ ਵੀ ਬੈਠੇ ਨੇ ਭਾਈ ਕੁਲਦੀਪ ਸਿੰਘ ਹੋਣੀ, ਜਿਹੜੇ ਕਿ ਸਿਰਫ ਤੇ ਸਿਰਫ ਐਜੂਕੇਸ਼ਨ ਨੂੰ ਪ੍ਰੈਫਰ ਕਰ ਰਹੇ ਆ ਵੀ ਸਾਡੇ ਬੱਚਿਆਂ ਨੂੰ ਅਸੀਂ ਐਜੂਕੇਸ਼ਨ ਦੇਣੀ ਆ। ਅਸੀਂ ਬੱਚਿਆਂ ਨੂੰ ਕਦੀ ਵੀ ਮਿਸਗਾਈਡ ਨਹੀਂ ਕਰਦੇ ਭਈ ਇਸ ਹਥਿਆਰ ਚੁੱਕ ਲਓ ਜਾਂ ਕੁਝ ਕਰ ਲਓ, ਨਾ, ਬਿਲਕੁਲ ਲੋੜ ਨਹੀਂ। ਜਦੋਂ ਤੁਸੀਂ ਪੜ੍ਹ ਲਿਖ ਜਾਓਗੇ ਤੁਹਾਨੂੰ ਆਪਣੇ ਹੱਕਾਂ ਅਧਿਕਾਰਾਂ ਦਾ ਆਪੇ ਪਤਾ ਲੱਗ ਜੂਗਾ। ਪੜ੍ਹੋ, ਐਜੂਕੇਸ਼ਨ ਲਓ, ਸਹੀ ਰਸਤੇ 'ਤੇ ਚਲੋ, ਨਾਮ ਜਪੋ, ਵੰਡ ਛਕੋ, ਕਿਰਤ ਕਰੋ, ਜਿਹੜਾ ਸਭ ਤੋਂ ਪਹਿਲਾ ਅਸੂਲ ਸੀ ਪਹਿਲੇ ਪਾਤਸ਼ਾਹ ਜੀ ਦਾ। ਉਹਦੇ ਅਕੋਰਡਿੰਗਲੀ ਚੱਲ ਕੇ ਵੀ ਤੇ ਜੀਵਨ ਜਿਹੜੀ ਆ ਪੂਰੀ ਦੁਨੀਆ ਦੇ ਵਿੱਚ ਮਤਲਬ ਚਰਚਾ ਹੋ ਸਕਦੀ ਹੈ, ਤੁਸੀਂ ਸੇਵਾ ਕਰ ਸਕਦੇ ਹੋ। ਬਾਕੀ ਹੱਕ ਅਧਿਕਾਰ ਜਿਹੜੇ ਆ ਉਹ ਸਾਨੂੰ ਜਦੋਂ ਬੱਚੇ ਸਾਡੇ ਪੜ੍ਹ ਗਏ ਇਹਨਾਂ ਨੂੰ ਪਤਾ ਲੱਗ ਜਾਣਾ ਸਾਡੇ ਹੱਕ ਕੀ ਨੇ, ਸਾਡੇ ਅਧਿਕਾਰ ਕੀ ਨੇ, ਲੈ ਲੈਣੇ ਆ। ਅਸੀਂ ਇਹਨਾਂ ਦੀ ਐਜੂਕੇਸ਼ਨ ਵੱਲ ਧਿਆਨ ਦੇ ਰਹੇ ਹਾਂ। ਥੈਂਕ ਯੂ ਵੈਰੀ ਮੱਚ ਭਾਜੀ, ਬਹੁਤ ਵਧੀਆ ਲੱਗਾ। ਸਾਧ ਸੰਗਤ ਜੀ, ਬਹੁਤ ਬਹੁਤ ਪਰਿਵਾਰਾਂ ਦੇ ਕੋਲ ਗਏ ਆ, ਬਹੁਤ ਸਾਰੇ ਪਰਿਵਾਰਾਂ ਨੇ ਸਾਡੇ ਵੱਲੋਂ ਸੰਗਤ ਵੱਲੋਂ ਭੇਜੀ ਸੇਵਾ ਜਿਹੜੀ ਆ ਐਕਸੈਪਟ ਕਰਨ ਤੋਂ ਇਹ ਕਹਿ ਕੇ ਕਿ ਸਾਡੇ ਘਰ ਦਾ ਗੁਜ਼ਾਰਾ ਬਹੁਤ ਵਧੀਆ ਚੱਲ ਰਿਹਾ, ਅਸੀਂ ਆਪਣੀ ਜ਼ਿੰਦਗੀ ਵਧੀਆ ਜੀ ਰਹੇ ਹਾਂ। ਪਰ ਸੱਚਮੁੱਚ ਭਾਈ ਜੋਗਿੰਦਰ ਸਿੰਘ ਜੀ ਦਾ ਪਰਿਵਾਰ ਵੀ ਬੜਾ ਖੁਦਦਾਰ ਪਰਿਵਾਰ ਜੀ। ਪਰ ਇਸੇ ਗੱਲ 'ਤੇ ਰਹਿ ਕੇ ਅਸੀਂ ਇਹ ਆਪਣੇ ਫਰਜ਼ਾਂ ਤੋਂ ਕੋਤਾਹੀ ਨਹੀਂ ਕਰਨੀ। ਸਾਨੂੰ ਪਤਾ ਇਸ ਪਰਿਵਾਰ ਦੇ ਪ੍ਰਤੀ ਸਾਡੇ ਬਹੁਤ ਫਰਜ਼ ਬਣਦੇ ਆ, ਕਿਉਂਕਿ ਭਾਈ ਜੋਗਿੰਦਰ ਸਿੰਘ ਜੀ ਨੇ ਆਪਣੇ ਫਰਜ਼ਾਂ 'ਚ ਕਦੀ ਕੋਤਾਹੀ ਨਹੀਂ ਕੀਤੀ। ਆਪਣਾ ਆਪ ਲੁਟਾਤਾ, ਪੰਥ ਦੇ ਲੇਖੇ ਲਾਤਾ। ਕੇਸ ਅੱਜ ਵੀ ਚੱਲ ਰਿਹਾ ਜੀ, ਖਰਚੇ ਅੱਜ ਵੀ ਹੁੰਦੇ ਹੋਣਗੇ, ਤਰੀਕਾਂ 'ਤੇ ਜਾਣਾ ਆਉਣਾ ਹੀ ਬੜਾ ਮੁਸ਼ਕਲ ਹੁੰਦਾ ਹੈ। ਅੱਜ ਵੀ ਕਈ ਇਨਕੁਆਇਰੀਜ਼ ਆਉਂਦੀਆਂ ਨੇ, ਸਾਰਾ ਕੁਝ ਹੁੰਦਾ ਹੈ। ਅਸੀਂ ਜ਼ਰੂਰ ਇਸ ਪਰਿਵਾਰ ਦਾ, ਖਾਸ ਕਰਕੇ ਉਸ ਬੱਚੀ ਦਾ ਸਾਥ ਦੇਣਾ ਜਿਹੜੀ ਇਸ ਵਕਤ ਕੈਨੇਡਾ 'ਚ ਬੈਠੀ ਹੈ, ਲਾਕਡਾਊਨ ਹੈ, ਕੰਮ ਨਹੀਂ ਹੈ, ਕਿਸੇ ਪਰਿਵਾਰ ਦੇ ਵਿੱਚ ਵਿਦਆਊਟ ਰੈਂਟ ਰਹਿ ਰਹੀ ਹੈ, ਕੱਲ੍ਹ ਨੂੰ ਉਹਨੂੰ ਕੋਈ ਮੁਸ਼ਕਿਲ ਆ ਸਕਦੀ ਹੈ ਬਿਜ਼ਨਸ ਦੇ ਵਿੱਚ। ਅਸੀਂ ਸਾਰਿਆਂ ਰਲ ਮਿਲ ਕੇ ਇਸ ਪਰਿਵਾਰ ਦੀ ਪਿੱਠ 'ਤੇ ਖੜਨਾ। ਪਰ ਫਿਰ ਵੀ ਭਾਈ ਮਨਜਿੰਦਰ ਸਿੰਘ ਜੀ, ਸਲਿਊਟ ਹੈ ਤੁਹਾਡੀ ਖੁਦਦਾਰੀ ਨੂੰ ਅਤੇ ਤੁਹਾਡੇ ਜਜ਼ਬੇ ਨੂੰ। ਵਾਹਿਗੁਰੂ ਖਾਲਸਾ, ਵਾਹਿਗੁਰੂ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ।